आप लिहो तुम कथा सुधारी। सतनाम वाहिगुरु साहिब जी दोहरा। गुरबख्श सिंह निहंग की साखी सुनो सुजान। पाई शहीदी उन भली भल अमृतसर अस्थान। वाहिगुरु जी का खालसा वाहिगुरु जी की फतेह। गुरु की साजी नवाजी हुई गुरु खालसा साध संगत जी, आप जी अत्यंत वड्डे भागां वाले हो जिन्हां नूं श्री गुरु ग्रंथ साहिब जी महाराज दे पवित्र चरनां विच संध्या दे दीवानां दीयां हाजरियां भर के गुरु खालसे पंथ दा इतिहास सुनन दा सुभाग प्राप्त हो रहा है। इतिहास हर एक कौम दी जिंद जान हुंदी है। जिहड़ी कौम इतिहास नूं भुल जांदी है, दुनिया दे तख्त उत्तों उस दा नामो निशान मिट जांदा है। ये कथा श्री गुरु प्रताप सूरज ग्रंथ दी अते श्री गुरु पंथ प्रकाश दी हर एक गुरमुख गुरसिख नूं सुननी चाहिदी है, क्योंकि सानू पता लगदा है कि साडे बजुर्गां ने किस तरह वड्डियां भारियां कालना काल काल के इस पंथ दी नींह रखी और अज असी संसार भर दे विच सुख दे नाल जी रहे हां। साडी वखरी पछाण वखरा स्वरूप महाराज ने सानू दिता है। खालसा मेरो रूप है खास, खालसे मैं हूँ करूँ निवास। ਸਿੰਘਾਂ ਦੀਆਂ ਬਹਾਦਰੀਆਂ ਸ਼ਹਾਦਤਾਂ जो 18ਵੀਂ सदी च ਹੋਈਆਂ ने, ਇਹਦਾ ਇੱਕ ਇੱਕ ਕਾਂਡ ਇੱਕ ਇੱਕ ਪੱਤਰਾ ਬੜਾ ਮਹਾਨ ਹੈ। ਅਸੀਂ ਕੁਝ ਕੁ ਪ੍ਰਸੰਗ ਢਾਡੀ ਸਿੰਘਾਂ ਤੋਂ ਸੁਣਦੇ ਹਾਂ, ਜਿਵੇਂ ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਤਾਬ ਸਿੰਘ ਜੀ, ਸੁਖਾ ਸਿੰਘ ਜੀ ਵਰਗੇ ਸ਼ਹੀਦਾਂ ਦਾ, ਜਾਂ ਛੋਟੇ ਘੱਲੂਘਾਰੇ ਦਾ ਜਾਂ ਵੱਡੇ ਦਾ। ਬਾਕੀ ਜਿਹੜੇ ਜੰਗ ਯੁੱਧ ਹੋਏ ਨੇ, ਜੋ ਖਾਲਸੇ ਨੇ ਲੰਮਾ ਸੰਘਰਸ਼ ਕੀਤਾ ਹੈ, ਉਹਦੀ ਕਥਾ ਬਹੁਤ ਘੱਟ ਪ੍ਰੇਮੀਆਂ ਨੂੰ ਸੁਣਨ ਦਾ ਸੁਭਾਗ ਮਿਲਦਾ ਹੈ। इस स्थान ते गुरु साहब ने कृपा की। कुछ कथा पिछले साल श्री गुरु पंथ प्रकाश दी होई सी, कुछ ऐदकी। सो साध संगत जी, सतगुरु खालसे पंथ नूं जो बख्शिशां दित्तियां, उन्हां विचों राज भाग दी बख्शिश बड़ी वड्डी बख्शिश है। राज करेगा खालसा आकी रहे न कोय, ख्वार होए सब मिलेंगे बच्चे शरण जो होए। क्योंकि राज तो बिना धर्म का प्रचार नहीं होया करदा। जिहदा राज हुंदा उहदे ही सुपने हुंदे है। संसार दे लोग उसे धर्म नूं स्वीकार कर लेंदे जो राजे का धर्म हुंदा है। सो साध संगत जी, राजियां दा धर्म खालसा धर्म बना दिता। एक कलगीधर दी बदौलत ਸਿੰਘਾਂ ने कुर्बानियां कीतियां। बड़े बड़े भारी जंग जंदाल हुंदे, जितदे रहे। रातीं आपां सरवण कीता, जैन खां नूं मार के खालसे ने सरहंद ते कब्जा कीता। जैन खां अबदाली दा श्रोमणी जरनैल सी पठान। ਉਹਨੂੰ मारन तो बाद सिंह सरहंद ते काबज हो गए ते सरहंद विच खालसे दा निशान कायम करके सरहंद दा किला ढा दिता और गुरुद्वारा फतेहगढ़ साहब की बुनियाद रखी। उत्थे साहिबजादियां दी याद विच बाकी स्थानां दी सेवा संभाल शुरू हुई। ये कथा आपां रात सरवण कीती सी। इस तो अगे हुण कथा दा जो मुख प्रसंग है, बाबा गुरबख्श सिंह जी निहंग सिंह श्री अकाल बंगे शहीदी प्राप्त कीती सी, ਉਹਦਾ प्रसंग ਆਪਾਂ 2-3 दिन ਵਿੱਚ ਸਰਵਣ ਕਰਨਾ ਹੈ। ਫਿਰ ਦਾਸ ਨੇ ਚਾਲੇ ਪਾਣੇ ਨੇ। ਐਤਵਾਰ ਸ਼ਾਮ ਤਾਈਂ ਕਥਾ ਦੀ ਹਾਜ਼ਰੀ ਜ਼ਰੂਰ ਭਰੋ। ਬਾਬਾ ਗੁਰਬਖਸ਼ ਸਿੰਘ ਜੀ ਦਾ ਪ੍ਰਸੰਗ ਸਰਵਣ ਕਰੀਏ। ਸੋ ਸਾਧ ਸੰਗਤ ਜੀ, ਮਨ ਬਿਰਤੀਆਂ ਨੂੰ ਜੋੜੋ। ਧੰਨ ਗੁਰੂ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਚਰਨਾਂ ਨਾਲ
ਜਿਨ੍ਹਾਂ ਨੇ ਇਹ ਖਾਲਸੇ ਦੀ ਫੌਜ ਬਣਾਈ ਹੈ। ਤੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਗੁਰਬਖਸ਼ ਸਿੰਘ ਨਿਹੰਗ ਕੀ ਸਾਖੀ ਸੁਨੋ ਸੁਜਾਨ। ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਲੀਲਪੁਰ ਦੇ ਰਹਿਣ ਵਾਲੇ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਤੋਂ ਅੰਮ੍ਰਿਤ ਛਕ ਕੇ ਖੰਡੇ ਬਾਟੇ ਦਾ ਹਜੂਰ ਦੇ ਨਾਲ ਬਹੁਤ ਸਮਾਂ ਗੁਜ਼ਾਰਿਆ ਸੀਗਾ। ਔਰ ਜਦੋਂ ਪਹਿਲਾ ਅਖੰਡ ਪਾਠ ਸਾਹਿਬ ਦਮਦਮੇ ਸਾਹਿਬ ਵਿਖੇ ਮਹਾਰਾਜ ਨੇ ਕਰਾਇਆ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ। ਜਿਨ੍ਹਾਂ ਸਿੰਘਾਂ ਨੇ ਸਾਰੀ ਬਾਣੀ ਸੁਣੀ ਅਰਥਾਂ ਸਮੇਤ 48 ਸਿੰਘ ਸਨ। ਜਿੱਥੋਂ ਟਕਸਾਲਾਂ ਚੱਲੀਆਂ, ਸੰਪਰਦਾਇ ਅਰਥ ਪ੍ਰਣਾਲੀ ਚੱਲੀ ਹੈ। ਧੰਨ ਧੰਨ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਪੰਜਾਂ ਪਿਆਰਿਆਂ ਚੋਂ ਭਾਈ ਧਰਮ ਸਿੰਘ ਜੀ, ਹੋਰ ਬੜੇ ਸਾਰੇ ਸਿੰਘਾਂ ਨੇ ਇਹ ਪਾਠ ਸੁਣਿਆ ਤੇ ਅਰਥ ਸੁਣੇ ਸਨ। ਸੋ ਨਿਹੰਗ ਸਿੰਘ ਗੁਰਬਖਸ਼ ਸਿੰਘ ਜੀ ਨੇ ਪਹਿਲੇ ਅਖੰਡ ਪਾਠ ਦੇ ਵਿੱਚ ਹਾਜ਼ਰੀ ਭਰੀ ਸੀਗੀ ਦਮਦਮੇ ਸਾਹਿਬ। 5 ਪਾਠੀ ਜਿਹੜੇ ਲੱਗੇ ਸਨ, ਸੰਪਰਦਾਇ ਵਿੱਚ ਇਦਾਂ ਦੱਸਦੇ ਨੇ, ਇੱਕ ਭਾਈ ਮਨੀ ਸਿੰਘ ਜੀ, ਇੱਕ ਬਾਬਾ ਦੀਪ ਸਿੰਘ ਜੀ, ਇੱਕ ਭਾਈ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ, ਇੱਕ ਪੰਜਾਂ ਪਿਆਰਿਆਂ ਚੋਂ ਭਾਈ ਧਰਮ ਸਿੰਘ ਜੀ ਤੇ ਇੱਕ ਭਾਈ ਧਰਮ ਸਿੰਘ ਭਾਈ ਰੂਪੇ ਵਾਲੇ। ਇਹਨਾਂ 5 ਪਾਠੀਆਂ ਨੇ ਸਾਰਾ ਪਾਠ ਕੀਤਾ ਤੇ 10ਵੇਂ ਪਾਤਸ਼ਾਹ ਇੱਕੋ ਚੌਂਕੜੇ ਤੇ ਬਹਿ ਕੇ ਸਰਵਣ ਕੀਤਾ। ਔਰ ਜਦੋਂ ਬੰਦੇ ਬਹਾਦਰ ਦੇ ਨਾਲ ਜੰਗਾਂ ਯੁੱਧਾਂ ਦਾ ਸਮਾਂ ਬਣਿਆ, ਉਦੋਂ ਵੀ ਬਾਬਾ ਗੁਰਬਖਸ਼ ਸਿੰਘ ਜੀ ਜੂਝਦੇ ਰਹੇ। ਸਾਰੀ ਉਮਰ ਉਹਨਾਂ ਦੀ ਖਾਲਸੇ ਪੰਥ ਦੀਆਂ ਜੰਗਾਂ ਯੁੱਧਾਂ ਵਿੱਚ ਲੰਘੀ। ਉਹਨਾਂ ਦੀ ਸਾਖੀ ਸੁਣੋ। ਪਾਈ ਸ਼ਹੀਦੀ ਉਨ ਭਲੀ, ਭਲ ਅੰਮ੍ਰਿਤਸਰ ਅਸਥਾਨ। ਬਾਬਾ ਗੁਰਬਖਸ਼ ਸਿੰਘ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ ਵਿੱਚ ਜਾਮੇ ਸ਼ਹਾਦਤ ਪ੍ਰਾਪਤ ਕੀਤਾ ਹੈ। ਭਲ ਅੰਮ੍ਰਿਤਸਰ ਸਥਾਨ, ਭਾਈ ਸਾਹਿਬ ਦੀ ਸ਼ਹੀਦੀ ਵੀ ਭਲੀ ਹੈ ਤੇ ਅੰਮ੍ਰਿਤਸਰ ਦਾ ਸਥਾਨ ਵੀ ਭਲਾ ਹੈ। ਜਾਓ ਪਈ ਹੁਤੋ ਭੁਜੰਗੀ ਆਓ ਵੱਡ ਜੰਗੀ। ਇਹ ਭੁਜੰਗੀ ਨਿਹੰਗ ਸਿੰਘ ਬੜਾ ਬਲੀ ਸੀ। ਬਚਪਨ ਤੋਂ ਹੀ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਰਿਹਾ ਸੀ। ਨੀਲ ਬਸਤਰ ਰੱਖ ਰਹਿ ਰਹਿਤ ਚੰਗੀ। ਨੀਲੇ ਬਾਣੇ ਵਿੱਚ ਨੀਲੇ ਬਸਤਰ ਰੱਖਦਾ ਸੀ। ਰਹਿਤ ਬਹਿਤ ਦਾ ਪਰਪੱਕ ਸੀ। ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਬਾਣੀ ਪੜ੍ਹਨੀ, ਤਿਆਰ ਬਰ ਤਿਆਰ ਰਹਿਣਾ, ਮਰਨ ਦੀ ਸ਼ੰਕਾ ਤਿਆਗ ਕੇ। ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਆ, ਨਿਹੰਗ ਸਿੰਘ ਉਹ ਹੈ ਜਿਹੜਾ ਮਰਨ ਦੀ ਸ਼ੰਕਾ ਤਿਆਗ ਕੇ ਧਰਮ ਯੁੱਧ ਲਈ ਹਰ ਵੇਲੇ ਤਿਆਰ ਬਰ ਤਿਆਰ ਰਹਿੰਦਾ ਹੈ। ਧਰਮ ਕੇ ਤੁਰੰਤਰ ਉਧਾਰਤਾ ਕੇ ਧਾਰਾ ਧਾਰ, ਭੋਲੇ ਭਾਲ ਭਰਾਜ ਤੇ ਚਕੋਲ ਪ੍ਰੇਮ ਰੰਗ ਮੈਂ। ਸਰਬ ਲੋ ਪਿਆਰੇ ਅਰਬ ਖਰਬ ਲੋ ਨਾ ਦਰਬ ਬੰਦ, ਨੈਕ ਹੂੰ ਨਾ ਗਰਭ ਪੁਨ ਪਰਬ ਜਾ ਕੇ ਸੰਗ ਮੈਂ। ਸਾਜ ਕੈ ਸੁਬਾਨੋ ਭੂਰ ਬਾਜ ਕੈ ਗਾਜ ਕੈ ਮਿਰਗੰਦਰ ਭੂਰ, ਭਾਜ ਕੈ ਗਨੀਮ ਕੋ ਬਿਦਾਰੇ ਜੋਰ ਜੰਗ ਮੈਂ। ਲੋਗ ਦੰਗ ਕੈਬੇ ਕੋ ਸੋ ਕੀਨੇ ਇਹ ਨਿਹੰਗ ਮੈਂ। ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਨਾਲ ਰਹਿਣ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੀਰ ਰਸ ਦੀ ਅਥਾਹ ਗੁੜਤੀ ਚੜੀ ਹੋਈ ਸੀ। ਰਾਤ ਉੱਠੇ ਅਰ ਸੁਖਾ ਪੀਵੈ। ਅੰਮ੍ਰਿਤ ਵੇਲੇ ਉੱਠ ਕੇ ਸ਼ਹੀਦੀ ਦੇਗਾਂ ਛਕਣੀਆਂ। ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਸ਼ਰਦਾਈਆਂ ਛਕਦੇ ਸਨ। ਹੋਏ ਰਮਣਿਓ ਮੁਖ ਦਾਤਨ ਕੀਵੈ। ਔਰ ਫੇਰ ਜੰਗਲ ਪਾਣੀ ਜਾ ਕੇ ਦਾਤਨ ਕਰਨੀ। ਸਵਾ ਪਹਿਰ ਨਿਸ ਕਰੈ ਇਸ਼ਨਾਨ। ਜਦੋਂ ਸਵਾ ਪਹਿਰ ਰਾਤ ਰਹਿੰਦੀ ਉਸ ਵੇਲੇ ਇਸ਼ਨਾਨ ਕਰਨਾ, ਯਾਨੀ 2-2:30 ਵਜੇ ਅੰਮ੍ਰਿਤ ਵੇਲੇ ਇਸ਼ਨਾਨ ਵੀ ਕਰ ਲੈਂਦੇ ਸਨ। ਬਾਣੀ ਪੜੇ ਖੜ ਪੱਗ ਬਧਾਨ। ਔਰ ਬਾਣੀ ਪੜ੍ਹਦੇ ਪੜ੍ਹਦੇ ਖਲੋ ਕੇ ਦੁਮਾਲਾ ਸਜਾਣਾ। ਇਹ ਨਿਹੰਗ ਸਿੰਘਾਂ ਦੀ ਪੁਰਾਤਨ ਪਰੰਪਰਾ ਰਹੀ ਹੈ। ਵੱਡਾ ਦੁਮਾਲਾ ਸਜਾਉਣ ਵਾਲੇ ਜਿਹੜੇ ਫਰਲੇ ਵਾਲਾ ਦੁਮਾਲਾ ਸਜਾਉਂਦੇ ਹਨ, ਚੱਕਰ ਖੰਡੇ ਤੋੜੇ ਗਜਗਾ ਸ਼ਸਤਰ ਪਹਿਨਦੇ ਹਨ, ਉਹ ਖੜ ਕੇ ਦੁਮਾਲਾ ਸਜਾਉਂਦੇ ਹਨ। ਬਾਬਾ ਜੀ ਬਾਣੀ ਪੜ੍ਹਦੇ ਪੜ੍ਹਦੇ ਖਲੋ ਕੇ ਦੁਮਾਲਾ ਸਜਾਉਂਦੇ ਸਨ। ਸਰਬ ਲੋਹ ਕੀ ਪੂਜਾ ਕਰੈ। ਸਰਬ ਲੋਹ ਦੀ ਪੂਜਾ ਕਰਨੀ। ਸਰਬ ਲੋਹ ਦਾ ਬਰਤਨ ਬਾਟਾ ਉਹਦੇ ਵਿੱਚ ਛਕਣਾ। ਸਰਬ ਲੋਹ ਦੇ ਭਾਂਡਿਆਂ ਵਿੱਚ ਹੀ ਬਣਾਉਣਾ। ਸਰਬ ਲੋਹ 'ਚ ਹੀ ਖਾਣਾ। ਸਰਬ ਲੋਹ ਦੇ ਸ਼ਸਤਰ ਸਜਾ ਕੇ ਰੱਖਣੇ। ਸਰਬ ਲੋਹ ਅਕਾਲ ਪੁਰਖ ਦਾ ਨਾਮ ਹੈ। 10ਵੇਂ ਪਾਤਸ਼ਾਹ ਕਹਿੰਦੇ ਸਰਬ ਲੋਹ ਕੀ ਰੱਛਾ ਹਮਨੇ, ਸਰਬ ਕਾਲ ਜੀ ਕੀ ਰੱਛਾ ਹਮਨੇ, ਸਰਬ ਲੋਹ ਜੀ ਦੀ ਸਦਾ ਰੱਛਾ।
ਸਰਬਲੋ ਅਕਾਲ ਪੁਰਖ ਦਾ ਸਾਰਾ ਹੀ ਸਰੂਪ ਜੋ ਹੈ ਸ਼ਕਤੀ ਸੰਪੰਨ ਹੈ, ਪਾਵਰਫੁਲ ਹੈ। ਉਹਦੀ ਪੂਜਾ ਬਾਬਾ ਜੀ ਕਰਦੇ, ਭਾਵ ਸ਼ਸਤਰਾਂ ਦੀ ਪੂਜਾ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਹੁੰਦੀ ਹੈ, ਇਸੇ ਤਰ੍ਹਾਂ ਪੂਜਾ ਹੁੰਦੀ ਸ੍ਰੀ ਹਜੂਰ ਸਾਹਿਬ, ਪਟਨਾ ਸਾਹਿਬ, ਕੇਸਗੜ੍ਹ ਸਾਹਿਬ। ਇਹ ਖਾਲਸੇ ਦੇ ਘਰਾਂ ਵਿੱਚ ਵੀ ਪਹਿਲਾਂ ਇਸੇ ਤਰ੍ਹਾਂ ਹੁੰਦੀ ਸੀ। ਸਿੰਘ ਸ਼ਸਤਰਾਂ ਦੇ ਪੁਜਾਰੀ ਸਨ। ਹਾਂਜੀ, ਨਮਸਕਾਰ ਕਰ ਸ਼ਸਤਰ ਫੜੈ, ਹਰ ਵੇਲੇ ਸ਼ਸਤਰ ਨੂੰ ਫੜਨ ਲੱਗਿਆ ਨਮਸਕਾਰ ਕਰਨੀ, ਸੀਸ ਤੋਂ ਝੁਕਾਉਣਾ, ਫਿਰ ਸ਼ਸਤਰ ਨੂੰ ਹੱਥ ਲਾਉਣਾ। ਸਰਬ ਲੋਹ ਗਲ ਮਾਲਾ ਪਾਵੈ, ਔਰ ਗਲ ਵਿੱਚ ਮਾਲਾ ਵੀ ਸਰਬਲੋਹ ਦੀ ਪਹਿਨਿਆ ਕਰਦੇ ਸਨ, ਕਿਉਂਕਿ ਸਾਰੀਆਂ ਸੰਪਰਦਾਵਾਂ ਵਿੱਚ ਵੱਖਰੀ ਵੱਖਰੀ ਮਾਲਾ ਹੈ। ਜਿਹੜੇ ਸ਼ਕਤੀ ਨੂੰ ਪੂਜਾ ਕਰਦੇ ਸਾਧ ਸੰਗਤ ਜੀ, ਉਹ ਕਾਲੇ ਰੰਗ ਦੀ ਮਾਲਾ ਪਹਿਨਦੇ 108 ਮਣਕਿਆਂ ਦੀ। ਜਿਹੜੇ ਸੰਨਿਆਸੀ ਹਨ, ਉਹ ਰੁਦਰਾਕਸ਼ ਸ਼ਿਵ ਜੀ ਦਾ ਜੋ ਮਾਨਤਾ ਹੈ, ਉਹਦੀ ਮਾਲਾ ਰੁਦਰਾਕਸ਼ ਦੀ ਮਾਲਾ। ਜਿਹੜੇ ਵੈਸ਼ਨੂ ਹਨ, ਉਹ ਤੁਲਸੀ ਦੀ ਮਾਲਾ ਪਹਿਨਦੇ ਹਨ। ਜਿਹੜਾ ਖਾਲਸਾ ਹੈ, ਇਹ ਸਰਬਲੋਹ ਦੀ ਮਾਲਾ ਫੇਰਨੀ ਨਾਮ ਜਪਣ ਵਾਸਤੇ, ਪਰ ਰੱਖਣੀ ਸਰਬਲੋਹ ਦੀ। ਸਰਬਲੋਹ ਦੀ ਮਾਲਾ ਬਾਬਾ ਬਾਬਾ ਗੁਰਬਖਸ਼ ਸਿੰਘ ਜੀ ਗਲ ਵਿੱਚ ਪਹਿਨਦੇ ਹਨ। ਅੰਗਨ ਸਿਮਰਨ ਲੋਹ ਸੁਹਾਵੈ, ਔਰ ਕੜੇ ਵੀ ਸਰਬਲੋਹ ਦੇ ਤੇ ਸਿਮਰਨੇ ਮਾਲਾ ਲੋਹੇ ਦੀਆਂ ਬਣੀਆਂ ਹੱਥ ਵਿੱਚ ਪਾਈਆਂ ਹੁੰਦੀਆਂ ਬਾਬਾ ਜੀ ਦੇ। ਲੋਹ ਚੱਕਰ ਲੋਹ ਤੋੜੇ ਧਾਰੈ, ਲੋਹੇ ਦੇ ਚੱਕਰ 5-5 7-7 ਚੱਕਰ ਦੁਮਾਲੇ ਦੇ ਉੱਤੇ ਸਜਦੇ ਤੇ ਗਲ ਵਿੱਚ ਵੀ ਚੱਕਰ ਪਾਏ ਹੋਏ। ਤੇ ਤੋੜਾ ਵੀ ਲੋਹੇ ਦੀ ਇੱਕ ਜੰਜੀਰ ਹੁੰਦੀ ਹੈ, ਜਿਹੜੀ ਦੁਮਾਲੇ ਦੇ ਉੱਤੇ ਬੰਨੀ ਜਾਂਦੀ ਹੈ, ਦੁਮਾਲੇ ਨੂੰ ਪੱਕਾ ਕਰਕੇ ਰੱਖਣ ਵਾਸਤੇ। ਜਦੋਂ ਦੁਸ਼ਮਣ ਨਾਲ ਯੁੱਧ ਕਰਦਿਆਂ ਹੋਇਆਂ ਕੋਈ ਸ਼ਸਤਰ ਵੱਜਦਾ ਹੈ ਤਾਂ ਦੁਮਾਲੇ ਦੀ ਤੇ ਸਿਰ ਦੀ ਸੇਫਟੀ ਤੋੜੇ ਨਾਲ ਹੁੰਦੀ ਹੈ। ਸਰਬਲੋਹ ਦਾ ਤੋੜਾ, ਉਹਦੇ ਉੱਤੇ ਚੱਕਰ, ਖੰਡੇ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਸਜਾ ਕੇ ਰੱਖਦੇ ਹਨ। ਸਰਬ ਲੋਹ ਕੀ ਰੱਖਿਆ ਉਚਾਰੈ, ਔਰ ਹਰ ਵੇਲੇ ਉਚਾਰਨ ਕਰਦੇ ਸਰਬਲੋਹ ਕੀ ਰੱਛਾ ਹਾਮਨ ਹੈ। ਇਹ ਬਾਣੀ ਦਾ ਪਾਠ ਕਰਦੇ ਰਹਿੰਦੇ ਤੇ ਸਰਬਲੋਹ ਦਾ 1.25 ਮਣ ਲੋਹਾ ਜਿਹੜਾ ਹਰ ਵੇਲੇ ਕਮਰ ਕਸੇ ਵਿੱਚ ਰਹਿੰਦਾ ਹੈ। ਹਾਂਜੀ, ਦਸਤ ਦਸਤਾਨੈ ਲੱਕ ਸੋਟਣ ਸਿਉ ਹੇਤ, ਸਾਰੇ ਸਰੀਰ ਦੇ ਉੱਤੇ ਦਸਤਾਨੇ ਪਹਿਨੇ ਹੋਏ ਸਰਬਲੋਹ ਦੇ ਹੀ ਸੰਜੋਗ ਪਹਿਨੀ ਹੋਈ ਹੁੰਦੀ ਹੈ। ਤੇ ਸੋਟਾ ਤੇ ਹੋਰ ਸਾਰੇ ਸ਼ਸਤਰ ਲੱਕ 'ਚ ਵਾਲੇ ਹੁੰਦੇ ਆ, ਕੁਹਾੜੀ ਪਾਈ ਹੁੰਦੀ ਹੈ, ਕਿਤੇ ਗੜਵਾ ਸਰਬਲੋਹ ਦਾ ਬੰਨਿਆ ਹੁੰਦਾ। ਇਹ ਸਾਰੇ ਸਾਧ ਸੰਗਤ ਜੀ ਉਸ ਵੇਲੇ ਖਾਲਸੇ ਦੀ ਰੱਖਿਆ ਵਾਸਤੇ ਸਨ। 10ਵੇਂ ਪਾਤਸ਼ਾਹ ਮਹਾਰਾਜ ਦੇ ਪ੍ਰਸੰਗ 'ਚ ਆਉਂਦਾ, ਮੁਕਤਸਰ ਸਾਹਿਬ ਟਿੱਬੀ ਸਾਹਿਬ ਹੈ, ਸਤਿਗੁਰੂ ਸਰਬਲੋਹ ਦਾ ਗੜਵਾ ਲੈ ਕੇ ਜੰਗਲ ਪਾਣੀ ਗਏ। ਅੰਮ੍ਰਿਤ ਵੇਲੇ ਦਾ ਟਾਈਮ ਸੀਗਾ। ਕਿਸੇ ਤੁਰਕ ਪਠਾਨ ਨੇ ਮਹਾਰਾਜ ਦੇ ਉੱਤੇ ਹਮਲਾ ਕਰ ਦਿੱਤਾ। ਸਤਿਗੁਰੂ ਜੰਗਲ 'ਚ ਬੈਠਣ ਲੱਗੇ, ਉਹਨੇ ਤੇਗ ਦਾ ਵਾਰ ਕਰ ਦਿੱਤਾ। ਮਹਾਰਾਜ ਕੋਲ ਲੋਹੇ ਦਾ ਗੜਵਾ ਸੀਗਾ, ਉਹ ਗੜਵੇ ਨੂੰ ਹੀ ਢਾਲ ਦੀ ਥਾਂ ਤੇ ਵਰਤ ਲਿਆ। ਉਹਦੇ ਨਾਲ ਹੀ ਉਹਦੀ ਤਲਵਾਰ ਰੋਕ ਕੇ ਤੇ ਉਹੀ ਘੁਮਾ ਕੇ ਉਹਦੇ ਸਿਰ 'ਚ ਮਾਰਿਆ ਤੇ ਥਾਂ ਹੀ ਖਤਮ ਕਰ ਦਿੱਤਾ। ਸੋ ਬਾਬਾ ਗੁਰਬਖਸ਼ ਸਿੰਘ ਜੀ ਵੀ ਸਰਬਲੋਹ ਦਾ ਗੜਵਾ ਆਪਣੇ ਲੱਕ ਕਮਰ ਕਸੇ ਨਾਲ ਬੰਨ੍ਹ ਕੇ ਰੱਖਦੇ ਆ। ਉਹਦੇ ਵਿੱਚ ਜਲ ਪਾਣੀ ਛਕਦੇ ਆ ਤੇ ਲੋੜ ਪਵੇ ਤੇ ਉਹਨੂੰ ਸ਼ਸਤਰ ਦੀ ਥਾਂ ਤੇ ਵੀ ਵਰਤ ਲੈਂਦੇ ਆ। ਸੋਟਾ ਵੀ ਹਰ ਵੇਲੇ ਕੋਲ ਰੱਖਦੇ ਆ। ਜੇ ਸੁੱਕ ਮਾਂਜ ਕਰਨੀ ਹੋਵੇ ਫਿਰ ਸੋਟੇ ਨਾਲ ਕਰ ਲਈਦੀ, ਜੇ ਗਿੱਲ ਮਾਂਜ ਕਰਨੀ ਫਿਰ ਸ਼ਸਤਰਾਂ ਨਾਲ ਕਰ ਲਈਦੀ ਹੈ। ਕਈ ਵਾਰੀ ਇਹੋ ਜਿਹਾ ਹੁੰਦਾ ਵੀ ਉਹਨੂੰ ਮਾਰਨਾ ਨਹੀਂ ਹੁੰਦਾ, ਸੋਧਾ ਹੀ ਲਾਣਾ ਹੁੰਦਾ ਤੇ ਉਹਨੂੰ ਫਿਰ ਕਾਨੂੰ ਗੋ ਦੇ ਨਾਲ ਠੀਕ ਕਰ ਲੈਂਦੇ। ਨਿਹੰਗ ਸਿੰਘਾਂ ਨੇ ਉਹਦਾ ਨਾਮ ਰੱਖਿਆ ਕਾਨੂੰ ਗੋ, ਕਾਨੂੰਨ ਦੱਸਣ ਵਾਲਾ। ਜਿਵੇਂ ਸਰਕਾਰ ਤਹਿਸੀਲਦਾਰ ਹੁੰਦਾ, ਇੱਕ ਕਾਨੂੰਨ ਗੋ ਹੁੰਦਾ, ਉਹ ਕਾਨੂੰਨ ਦੱਸਦਾ। ਸਿੰਘਾਂ ਦੇ ਸਲੋਤਰ ਨੂੰ ਕਾਨੂੰਨ ਗੋ ਕਹਿੰਦੇ ਆ। ਸੋ ਹਰ ਵੇਲੇ ਹੱਥ ਵਿੱਚ ਸੋਟਾ ਵੀ ਰੱਖਦੇ ਹਨ। ਸਵਾ ਗੱਜ ਕੂ ਕੱਛ ਪਹਿਰੈ ਸੇਤ, ਚਿੱਟੇ ਰੰਗ ਦਾ ਕਛਹਿਰਾ ਤੇ ਨੀਲੇ ਕੱਪੜੇ, ਸੇਤ ਕੱਛ ਔਰ ਨੀਲ ਪਟ, ਮੁਖ ਜਪ ਜਾਪ ਉਚਾਰ, ਸ੍ਰੀ ਅਕਾਲ ਉਸਤਤ ਪੜ੍ਹੇ ਚੰਡੀ ਕੰਠ ਸੁਧਾਰ। ਖਾਲਸੇ ਦੀ ਮਰਿਆਦਾ ਵਿੱਚ ਲਿਖਿਆ ਹੈ ਪੁਰਾਤਨ ਭਾਈ ਦੇਸਾ ਸਿੰਘ ਜੀ ਹੋਰਾਂ ਨੇ ਕਿ ਸ੍ਰੀ ਅਕਾਲ ਉਸਤਤ ਦੀ ਬਾਣੀ, ਚੰਡੀ ਦੀ ਵਾਰ, ਇਦਾਂ ਦੀ ਬਾਣੀ ਪੜ੍ਹਦੇ, ਜਪਜੀ ਸਾਹਿਬ ਜਾਪ ਸਾਹਿਬ ਪੜ੍ਹਦੇ ਤੇ ਕਛਹਿਰਾ ਜਿਹੜਾ ਉਹ ਚਿੱਟਾ ਗੋਡਿਆਂ ਤੋਂ ਥੱਲੇ ਤੱਕ। ਇਹ ਇੱਕੋ ਹੀ ਸਾਧ ਸੰਗਤ ਜੀ ਪਹਿਰਾਵਾ ਹੁੰਦਾ ਪੁਰਾਤਨ ਤਾਂ ਕਛਹਿਰੇ ਦਾ ਹੀ। ਜਿਹੜੇ ਪਜਾਮੇ, ਪੈਂਟਾਂ, ਧੋਤੀਆਂ, ਚਾਦਰੇ ਇਹ ਬਾਅਦ ਦੀਆਂ ਗੱਲਾਂ ਹਨ। ਜਦੋਂ ਮਹਾਰਾਜ ਅੰਮ੍ਰਿਤ ਛਕਾਇਆ ਉਦੋਂ ਖਾਲਸੇ ਨੂੰ ਕਛਹਿਰੇ ਵਿੱਚ ਹੀ ਛਕਾਇਆ। ਅੱਜ ਵੀ ਇਹ 5 ਪਿਆਰੇ ਅੰਮ੍ਰਿਤ ਛਕਾਉਣ ਵੇਲੇ ਕਛਹਿਰੇ ਵਿੱਚ ਹੀ ਛਕਾਉਂਦੇ ਆ। ਇਹ ਪਰੰਪਰਾ ਹੈ।
ਜਿਵੇਂ ਕਹਿੰਦੇ ਆ ਨਾ ਵੀ ਗੁਰਦੁਆਰੇ ਦੇ ਉੱਤੇ ਮਸੀਤ ਨਹੀਂ ਬਣ ਸਕਦੀ, ਇਦਾਂ ਕਸ਼ਹਿਰੇ ਦੇ ਉੱਤੇ ਕੋਈ ਹੋਰ ਪਹਿਰਾਵਾ ਵੀ ਨਹੀਂ ਪਾਇਆ ਜਾ ਸਕਦਾ ਕਾਨੂੰਨਨ ਤੌਰ ਤੇ। ਆਪਣੀ ਮਰਜ਼ੀ ਨਾਲ ਅਸੀਂ ਜੋ ਮਰਜ਼ੀ ਕਰੀ ਜਾਈਏ ਉਹ ਵੱਖਰੀ ਚੀਜ਼ ਹੈ, ਪਰ ਬਾਬਾ ਗੁਰਬਖਸ਼ ਸਿੰਘ ਜੀ ਚਿੱਟੇ ਰੰਗ ਦਾ ਕਸ਼ਹਿਰਾ ਉਹ ਗੋਡਿਆਂ ਤੱਕ ਪਹਿਨ ਕੇ ਤਿਆਰ ਬਰ ਤਿਆਰ ਰਹਿੰਦੇ ਹਨ। ਸੰਜੋਏ ਲੋਹ ਕੀ ਪਹਿਰਸ ਅੰਗ, ਲੋਹੇ ਦੀ ਸੰਜੋ ਆਪਣੇ ਸਰੀਰ ਦੇ ਉੱਤੇ ਪਹਿਨੀ ਹੁੰਦੀ ਹੈ ਬਾਬਾ ਗੁਰਬਖਸ਼ ਸਿੰਘ ਜੀ ਨੇ। ਇਮ ਲਾਏ ਦੀਵਾਨ ਨਿਤ ਬਹਿ ਨਿਹੰਗ, ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਦੀਵਾਨ ਲਾ ਕੇ ਤਾਂ ਸਜ ਧਜ ਕੇ ਸ਼ਸਤਰਾਂ ਦੇ ਨਾਲ ਸ੍ਰੀ ਅਕਾਲ ਤਖਤ ਤੇ ਬਹਿੰਦੇ ਹਨ। ਦੋਹਰਾ ਨਿਹੰਗ ਕਹਾਵੈ ਸੋ ਪੁਰਸ਼, ਦੁੱਖ ਸੁਖ ਮੰਨੇ ਨਾ ਅੰਗ। ਭਾਈ ਰਤਨ ਸਿੰਘ ਜੀ ਕਹਿੰਦੇ ਨਿਹੰਗ ਸਿੰਘ ਉਹਨੂੰ ਕਹਿੰਦੇ ਹਨ ਜਿਹੜਾ ਦੁੱਖ ਸੁੱਖ ਦੋਵਾਂ ਤੋਂ ਉੱਪਰ ਹੋ ਜਾਂਦਾ ਹੈ, ਜਿਹੜਾ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਜਿਹਦੀ ਦੁੱਖ ਸੁੱਖ ਤੋਂ ਉੱਪਰਲੀ ਅਵਸਥਾ ਹੈ ਉਹਨੂੰ ਹੀ ਨਿਹੰਗ ਸਿੰਘ ਕਹਿੰਦੇ ਹਨ। ਜਿਮ ਦੁੱਖ ਸੁਖ ਦੇਹੀ ਨਾ ਮੰਨੇ, ਉਸ ਕਹੈ ਬਦੇਹੀ ਚੰਗ। ਜਿਹੜਾ ਦੁੱਖ ਸੁੱਖ ਨੂੰ ਆਪਣੇ ਸਰੀਰ ਦੇ ਉੱਤੇ ਮਹਿਸੂਸ ਨਹੀਂ ਕਰਦਾ ਉਹਨੂੰ ਵਿਦੇਹ ਮੁਕਤ ਕਹਿੰਦੇ। ਜੈਸੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਦੁਨੀਆ ਨੂੰ ਦੱਸ ਦਿੱਤਾ ਵੀ ਦੇਹੀ ਗੁਪਤ ਵਿਦੇਹੀ ਦਿਸੈ, ਦੇਹ ਵਿੱਚ ਰਹਿੰਦਾ ਵਿਦੇਹ ਕਿੱਦਾਂ ਹੋਣਾ। ਤੱਤੀ ਤਵੀ ਤੇ ਬੈਠੇ, ਤੱਤਾ ਰੇਤਾ ਸੀਸ ਵਿੱਚ ਪਿਆ, ਦੇਗ ਵਿੱਚ ਉਬਾਲੇ ਸੱਚੇ ਪਾਤਸ਼ਾਹ ਮਹਾਰਾਜ ਸੀ ਨਹੀਂ ਆਖੀ। ਉਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਭਾਰੀ ਕਸ਼ਟ ਸਹਿ ਕੇ ਵਿਦੇਹ ਅਵਸਥਾ ਦਾ ਜ਼ਿਕਰ ਪ੍ਰਤੱਖ ਕਰਕੇ ਦੁਨੀਆ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ। ਸੋ ਜਿਹੜਾ ਸਿੰਘ ਗੁਰੂ ਦਾ ਪਿਆਰਾ ਦੁੱਖ ਸੁੱਖ ਤੋਂ ਉੱਪਰ, ਹਰਖ ਸੋਗ ਤੋਂ ਉੱਪਰ, ਮਾਨ ਅਪਮਾਨ ਤੋਂ ਉੱਤੇ ਹਰ ਇੱਕ ਦੁੱਖ ਸੁੱਖ ਨੂੰ ਖਿੜੇ ਮੱਥੇ ਸਹਾਰਦਾ ਹੈ ਉਹਨੂੰ ਨਿਹੰਗ ਸਿੰਘ ਕਹਿੰਦੇ ਹਨ। ਹਠੀ ਜਤੀ ਔ ਜਪ ਤਪੀ, ਦਾਤਾ ਪੂਰਾ ਸੂਰ। ਹਠੀ ਤਪੀ ਜਤੀ ਸਤੀ ਔਰ ਦਾਤਾ ਦਾਨੀ ਵੀ ਹੋਵੇ, ਜੋ ਕੁਝ ਕੋਲ ਹੋਵੇ ਸਭ ਕੁਝ ਦੇ ਦੇਵੇ। ਨਿਹੰਗ ਸਿੰਘ ਦਾ ਮਤਲਬ ਇਹ ਨਹੀਂ ਵੀ ਸਾਰੀ ਦੁਨੀਆ ਦੀ ਮਾਇਆ ਜੋੜ ਕੇ ਆਪਣੇ ਕਬਜ਼ੇ 'ਚ ਕਰ ਲਵੇ, ਨਾ, ਕੋਲ ਜੋ ਕੁਝ ਵੀ ਆ ਉਹ ਵੰਡ ਦਿੰਦਾ ਹੋਵੇ, ਇੱਥੋਂ ਤੱਕ ਵੀ ਲੋੜ ਪੈਣ ਤੇ ਆਪਣਾ ਸੀਸ ਵੀ ਦੇ ਦਿੰਦਾ ਹੋਵੇ। ਔਰ ਨਿਹੰਗ ਸਿੰਘ ਜਤੀ ਸਤੀ ਹੋਵੇ, ਨਾਲੇ ਦਾ ਪੱਕਾ ਹੋਵੇ, ਜਪੀ ਤਪੀ ਹੋਵੇ, ਅੰਮ੍ਰਿਤ ਵੇਲੇ ਉਹਦਾ ਸੰਭਾਲ ਕੇ ਜਾਪ ਕਰਨ ਵਾਲਾ ਭਜਨੀਕ ਹੋਵੇ। ਐਸੇ ਗੁਣਾਂ ਦਾ ਮਾਲਕ ਸੀ ਬਾਬਾ ਗੁਰਬਖਸ਼ ਸਿੰਘ। ਹਾਂਜੀ। ਆਵੈ ਪਾਸ ਸਰਦਾਰ ਤਿਸ, ਬਹੁ ਰਹਿ ਆਪ ਮਗਰੂਰ। ਔਰ ਨਿਹੰਗ ਸਿੰਘ ਦੀ ਇੱਕ ਹੋਰ ਵੀ ਖੂਬੀ ਹੈ, ਉਹਦੇ ਕੋਲ ਭਾਵੇਂ ਰਾਜਾ ਮਹਾਰਾਜਾ ਜਿੱਡਾ ਮਰਜ਼ੀ ਕੋਈ ਆ ਜਾਵੇ ਉਹ ਆਪਣੀ ਮਸਤੀ 'ਚ ਰਹੇਗਾ, ਉੱਠ ਕੇ ਨਹੀਂ ਕਿਸੇ ਨੂੰ ਮਿਲੇਗਾ, ਉਹ ਬੇਪਰਵਾਹ ਹੁੰਦਾ। ਬਾਬਾ ਅਕਾਲੀ ਫੂਲਾ ਸਿੰਘ ਜੀ ਨਿਹੰਗ ਸਿੰਘ ਸਨ। ਮਹਾਰਾਜਾ ਰਣਜੀਤ ਸਿੰਘ ਦੀ ਵੀ ਪਰਵਾਹ ਨਹੀਂ ਸੀ ਕਰਦੇ। ਰਾਜਾ ਆ ਕੇ ਖੜਾ ਰਵੇ, ਕਹਿੰਦੇ ਰਾਜਾ ਹੋਵੇਗਾ ਆਪਣੇ ਘਰ, ਖਾਲਸਾ ਵੱਡਾ ਰਾਜਾ ਹੈ, ਖਾਲਸਾ ਬਾਦਸ਼ਾਹ ਹੈ, ਕਿਸੇ ਦੀ ਪਰਵਾਹ ਨਹੀਂ ਕਰਨੀ। ਬਾਬਾ ਗੁਰਬਖਸ਼ ਸਿੰਘ ਜੀ ਰਹੇ ਆਪ ਮਗਰੂਰ, ਉਹ ਆਪਣੀ ਮਸਤੀ 'ਚ ਰਹਿਣਾ, ਭਾਵੇਂ ਕੋਈ ਵੱਡਾ ਰਾਜਾ ਮਹਾਰਾਜਾ ਆਇਆ ਰਵੇ, ਫਤਿਹ ਬੁਲਾ ਕੇ ਬਹਿ ਜਾਵੇ, ਉਹ ਆਪਣੇ ਰੰਗ ਵਿੱਚ ਮਸਤ ਰਹਿੰਦੇ ਸਨ। ਚਾਉ ਪਈ ਜਹਾਂ ਜੁੱਧ ਕੀ ਜਾਗਾ ਹੋਏ, ਜਿੱਥੇ ਜੰਗ ਦਾ ਸਮਾਂ ਹੋਵੇ, ਯੁੱਧ ਦੀ ਥਾਂ ਹੋਵੇ, ਮਰਨੈ ਕੈ ਡਰ ਟਰੈ ਨਾ ਸੋਏ। ਮੌਤ ਦਾ ਡਰ ਮਨ ਵਿੱਚ ਵਸਾ ਕੇ ਨਿਹੰਗ ਸਿੰਘ ਟਲਦਾ ਨਹੀਂ ਸੀ। ਗੁਰਬਖਸ਼ ਸਿੰਘ ਪਿੱਛੇ ਨਹੀਂ ਸੀ ਹਟਦਾ ਵੀ ਮਾਰਿਆ ਜਾਵਾਂਗਾ, ਇਹ ਉਹਦੇ ਮਨ 'ਚ ਕਦੀ ਖਿਆਲ ਹੀ ਨਹੀਂ ਸੀ ਆਇਆ। ਹਾਂਜੀ। ਜਹਾਂ ਪੰਥ ਪੈ ਵੱਡ ਪਵੈ ਭੀਰ, ਜਿੱਥੇ ਪੰਥ ਖਾਲਸੇ ਤੇ ਕੋਈ ਭੀੜਾ ਪੈਂਦੀ ਹੋਵੇ, ਮੁਸੀਬਤ ਪੈਂਦੀ ਹੋਵੇ, ਡਾਹੈ ਆਪ ਜਾਏ ਤਹਾਂ ਸਰੀਰ। ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉੱਥੇ ਆਪਣਾ ਸਰੀਰ ਜਾ ਕੇ ਡਾਹ ਦਿੰਦੇ ਸਨ, ਉੱਥੇ ਖੜ ਜਾਂਦੇ, ਭਾਵੇਂ ਕੋਈ ਵੀ ਸਥਾਨ ਹੋਵੇ, ਸ਼ਹੀਦੀ ਪਾਣ ਨੂੰ ਤਿਆਰ ਪਰ ਤਿਆਰ ਰਹਿੰਦੇ ਸਨ। ਜਹਾਂ ਜੁੱਧ ਕੀ ਜਾਗਾ ਹੋਏ, ਜਿੱਥੇ ਜੰਗ ਯੁੱਧ ਦੀ ਜਗ੍ਹਾ ਹੁੰਦੀ ਸੀ, ਫੜ ਨਿਸ਼ਾਨ ਆਪ ਅੱਗੇ ਹੋਏ। ਨਿਸ਼ਾਨ ਸਾਹਿਬ ਫੜ ਕੇ ਅੱਗੇ ਹੋ ਜਾਂਦੇ ਸੀ ਲੜਨ ਨੂੰ। ਸਾਥ ਨਗਾਰਾ ਘੁਰਦਾ ਜਾਵੈ, ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਦੀ ਫੌਜ ਜਾਂਦੀ ਸੀ, ਨਾਲ ਨਗਾਰਾ ਘੁਰਦਾ ਨਗਾਰਾ ਵੱਜਦਾ ਜਾਂਦਾ ਸੀ। ਜਾਏ ਲੜਾਈ ਮੁਹਰੇ ਪਾਵੈ, ਸਭ ਤੋਂ ਮੂਹਰੇ ਅੱਗੇ ਹੋ ਕੇ ਲੜਾਈ ਮਚਾ ਦਿੰਦੇ ਸੀ ਬਾਬਾ ਗੁਰਬਖਸ਼ ਸਿੰਘ ਜੀ। ਭਏ ਜੋ ਸ਼ਹੀਦ ਮਨੀ ਸਿੰਘ ਭਾਈ, ਜੋ ਸ਼ਹੀਦ ਹੋਏ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ, ਉਨੈ ਹਾਥ ਥੀ ਪਾਹੁਲ ਪਿਲਾਈ। ਉਹਨਾਂ ਦੇ ਹੱਥੋਂ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਨੇ ਅੰਮ੍ਰਿਤ ਛਕਿਆ ਸੀ। ਖੇਮ ਕਰਨ ਢਿਗ ਨੀਲ ਸੋ ਨਾਮ, ਖੇਮਕਰਨ ਬਾਰਡਰ ਹੈ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਪਿੰਡ ਹੈ ਖੇਮਕਰਨ, ਪੱਟੀ ਖੇਮਕਰਨ ਉਹ ਇਲਾਕਾ ਜਿਹੜਾ ਹੈ ਉਹਦੇ ਵਿੱਚ ਇੱਕ ਨੀਲ ਪਿੰਡ ਹੈ।
ਹੁਤੋ ਮਾਝੈ ਮੈਂ ਤਿਸ ਕੋ ਗ੍ਰਾਮ। ਲੀਲ ਪਿੰਡ ਦੇ ਵਿੱਚ ਮਾਝੇ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਦਾ ਪਿੰਡ ਹੈ, ਭਾਵ ਉੱਥੋਂ ਦੇ ਜਨਮ ਜੰਮਪਲ ਸਨ ਬਾਬਾ ਜੀ। ਦੋਹਰਾ ਪਹਿਲੋਂ ਡੇਰਾ ਉਸ ਤੁਰੈ ਤਉ ਪਾਛੈ ਔਰ ਤੁਰਾਹੇ। ਜਦੋਂ ਕਿਤੇ ਬਾਬੇ ਗੁਰਬਖਸ਼ ਸਿੰਘ ਦੀ ਫੌਜ ਨਿਸ਼ਾਨ ਲੈ ਕੇ ਨਗਾਰਾ ਲੈ ਕੇ ਤੁਰਦੀ ਸੀ, ਬਾਕੀ ਖਾਲਸਾ ਦੇ ਪਿੱਛੇ ਤੁਰਦਾ ਸੀ। ਉਹ ਪੁਰਾਤਨ ਸਿੰਘ ਸਨ, ਸਾਰਾ ਪੰਥ ਉਹਨਾਂ ਦੀ ਇੱਜ਼ਤ ਕਰਦਾ ਸੀ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਤੁਰਦੇ ਸਨ, ਬਾਕੀ ਖਾਲਸਾ ਉਹਨਾਂ ਦੇ ਪਿੱਛੇ ਪਿੱਛੇ ਤੁਰ ਪੈਂਦਾ ਸੀ। ਜਹਾਂ ਸੋ ਝੰਡਾ ਗੱਡ ਖੜੈ ਖਾਲਸੋ ਉਹਾਂ ਖੜਾਹੇ। ਜਿੱਥੇ ਉਹ ਨਿਸ਼ਾਨ ਗੱਡ ਕੇ ਖੜ ਜਾਂਦਾ ਸੀ, ਖਾਲਸਾ ਜੋ ਉੱਥੇ ਅੜ ਜਾਂਦਾ ਸੀ ਨਾਲ। ਭਾਵ ਜੰਗ ਦੇ ਕਿਸੇ ਮੈਦਾਨ ਵਿੱਚ ਵੀ ਸਿੰਘ ਉਹਨਾਂ ਤੋਂ ਪਿੱਛੇ ਨਹੀਂ ਸੀ ਹਟਦੇ। ਅੰਮ੍ਰਿਤਸਰ ਸਨਮੁਖ ਦਰਬਾਰ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸੱਚਖੰਡ ਹਰਮੰਦਰ ਸਾਹਿਬ ਜੀ ਦੇ ਸਾਹਮਣੇ। ਅਕਾਲ ਬੁੰਗੈ ਬਹਿ ਤਖਤ ਮਝਾਰ। ਸ੍ਰੀ ਅਕਾਲ ਤਖਤ ਸਾਹਿਬ, ਅਕਾਲ ਬੁੰਗਾ ਜਿਹਨੂੰ ਕਹਿੰਦੇ ਆ, ਖਾਲਸੇ ਦਾ ਸਭ ਤੋਂ ਸ਼੍ਰੋਮਣੀ ਤਖਤ ਹੈ। ਉਸ ਜਗ੍ਹਾ ਤੇ ਬਾਬਾ ਗੁਰਬਖਸ਼ ਸਿੰਘ ਜੀ ਬਹਿ ਕੇ ਦੀਵਾਨ ਲਾਉਂਦੇ ਸਨ। ਜੋ ਹੁਕਮ ਉਹ ਦਿੰਦੇ ਸੀ ਸਾਰਾ ਪੰਥ ਮੰਨਿਆ ਕਰਦਾ ਸੀ। ਸਿਰੋਂ ਪਰੈ ਉਸ ਡੇਰਾ ਰਹੈ। ਬਾਬਾ ਗੁਰਬਖਸ਼ ਸਿੰਘ ਜੀ ਹਰ ਵੇਲੇ ਸੀਸ ਤਲੀ ਤੇ ਧਰ ਕੇ ਰੱਖਦੇ, ਸਿਰੋਂ ਪਰੇ ਡੇਰਾ ਰੱਖਦੇ ਸੀ। ਭਾਵ ਮੌਤ ਉਹਨਾਂ ਤੋਂ ਡਰਦੀ ਸੀ, ਉਹ ਮੌਤ ਤੋਂ ਨਹੀਂ ਸਨ ਡਰਦੇ। ਅਕਾਲ ਅਕਾਲ ਵਹਿ ਮੁਖ ਤੇ ਕਹੈ। ਬਾਬਾ ਗੁਰਬਖਸ਼ ਸਿੰਘ ਜੀ ਅਕਾਲ ਹੀ ਅਕਾਲ, ਅਕਾਲ ਹੀ ਅਕਾਲ ਜਪਣ ਕਰਕੇ ਅਕਾਲੀ ਇਸ ਕਰਕੇ ਕਹਿੰਦੇ ਹੈ। ਪੁਰਾਤਨ ਨਿਹੰਗ ਸਿੰਘਾਂ ਨੂੰ ਅਕਾਲੀ ਕਹਿੰਦੇ ਸੀ। ਇਹ ਤਾਂ 1925 ਦੇ ਵਿੱਚ ਅਸੀਂ ਅਕਾਲੀਆਂ ਦਾ ਰੂਪ ਬਦਲਿਆ ਵੇਖਦੇ ਹਾਂ। ਜਿਹੜਾ ਪੁਰਾਤਨ ਰੂਪ ਹੈ ਉਹ ਨਿਹੰਗ ਸਿੰਘ ਅਕਾਲੀ ਦਾ ਰੂਪ ਹੈ। ਕਰਮ ਅਕਾਲੀ ਸਮ ਕਰੇ। ਬਾਬਾ ਅਕਾਲੀ ਫੂਲਾ ਸਿੰਘ ਜੀ, ਅਕਾਲੀ ਬਾਬਾ ਨੈਣਾ ਸਿੰਘ ਜੀ, ਅਕਾਲੀ ਬਾਬਾ ਗੁਰਬਖਸ਼ ਸਿੰਘ ਜੀ, ਏਦਾਂ ਪੁਰਾਤਨ ਸਿੰਘਾਂ ਦੇ ਨਾਮਾਂ ਨਾਲ ਅਕਾਲੀ ਪਦ ਲੱਗਾ ਹੁੰਦਾ ਹੈ। ਸੋ ਉਹ ਅਕਾਲ ਅਕਾਲ ਜਪਦੇ ਸਨ ਹਰ ਵੇਲੇ। ਅਕਾਲ ਦਾ ਮਤਲਬ ਹੈ ਵੀ ਜਿਹੜਾ ਕਾਲ ਤੋਂ ਪਰੇ ਹੈ, ਜਿਸ ਨੂੰ ਕਾਲ ਦਾ ਡਰ ਨਹੀਂ ਹੈ, ਮੌਤ ਦਾ ਡਰ ਨਹੀਂ ਹੈ, ਉਹ ਸ਼ਬਦ ਦਾ ਉਹ ਜਾਪ ਕਰਦੇ ਸਨ ਹਰ ਵੇਲੇ। ਅਕਾਲ ਹੀ ਅਕਾਲ, ਅਕਾਲ ਹੀ ਅਕਾਲ। ਜੇ ਕਿਸੇ ਨੂੰ ਆਵਾਜ਼ ਵੀ ਮਾਰਨੀ, ਆਪਾਂ ਆਮ ਲੋਕ ਹੈਲੋ ਓਏ ਇਦਾਂ ਕਰਦੇ ਆ, ਸਿੰਘਾਂ ਦੀ ਬੋਲੀ ਅਕਾਲ, ਅਗਲਾ ਸਮਝ ਜਾਂਦਾ ਵੀ ਮੈਨੂੰ ਬੁਲਾਇਆ। ਇਹ ਬਾਬਾ ਗੁਰਬਖਸ਼ ਸਿੰਘ ਜੀ ਦੀ ਬੋਲੀ ਸੀ, ਅਕਾਲ ਅਕਾਲ ਬੋਲਦੇ ਸਨ। ਸੁਣੋ ਉਸੈ ਜੋ ਪੌਰਖ ਕਮਾਇਓ। ਉਸ ਬਾਬੇ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਨੇ ਜੋ ਬਹਾਦਰੀ ਦਾ ਕੌਤਕ ਕੀਤਾ ਤੇ ਜਾਮੇ ਸ਼ਹਾਦਤ ਛਕਿਆ, ਉਹਦਾ ਪ੍ਰਸੰਗ ਸੁਣੋ। ਸੀਸ ਲਾਏ ਜਿਮ ਗਿਲ ਜੋ ਗਲਾਇਓ। ਉਹਨਾਂ ਨੇ ਸੀਸ ਲਾ ਕੇ ਅਹਿਮਦ ਸ਼ਾਹ ਅਬਦਾਲੀ ਦੀ ਜੜ ਪੁੱਟੀ ਹੈ। ਉਹ ਕਿਸ ਤਰ੍ਹਾਂ ਹੋਇਆ, ਸੁਣੋ, ਪ੍ਰਸੰਗ ਜ਼ਰੂਰੀ ਹੈ। ਗਿਲ ਜੋ ਆਇਓ ਜਿਮ ਉਤਬਾਰ। ਉਸ ਵੇਲੇ ਜਦੋਂ ਅਹਿਮਦ ਸ਼ਾਹ ਅਬਦਾਲੀ ਚੜ ਕੇ ਆਇਆ ਸੀ ਖਾਲਸੇ ਨੂੰ ਖਤਮ ਕਰਨ ਵਾਸਤੇ, ਤਿਸ ਕੋ ਬਿਰਵੋ ਲਿਖੋ ਉਚਾਰ। ਉਹਦਾ ਵੇਰਵਾ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਆਪਣੇ ਪਿਤਾ ਰਾਏ ਸਿੰਘ ਤੋਂ ਸੁਣ ਕੇ ਲਿਖਦਾ ਹਾਂ। ਸੂਰਜ ਮਲ ਭਰਤ ਪੁਰਿਓ ਸਰਦਾਰ। ਇੱਕ ਭਰਤਪੁਰ ਦਾ ਇਲਾਕਾ ਹੈ ਮਥੁਰਾ ਤੇ ਆਗਰੇ ਤੋਂ ਅੱਗੇ। ਉਥੋਂ ਦਾ ਇੱਕ ਸਰਦਾਰ ਸੂਰਜਮਲ ਹਿੰਦੂ ਜਾਟ ਹੋਇਆ ਹੈ। ਲਿਓ ਆਗਰੋ ਜਿਨ ਥੋ ਮਾਰ। ਸੂਰਜਮਲ ਜਾਟ ਨੇ ਆਗਰੇ ਤੇ ਕਬਜ਼ਾ ਕਰ ਲਿਆ ਸੀ, ਆਗਰਾ ਫਤਿਹ ਕਰ ਲਿਆ ਸੀ। ਜੌਰਾ ਭੌਰਾ ਗਿਨ ਲਿਓ ਲੂਟ। ਉਹਨੇ ਜੌਰਾ ਭੌਰਾ ਆਦਿਕ ਜਿਹੜੇ ਇਲਾਕੇ ਸਨ ਸਭ ਫਤਿਹ ਕਰ ਲਏ। ਖਜ਼ਾਨਿਓ ਤਲਾਕ ਆਓ ਪਿੱਛੋਂ ਲਿਓ ਪੂਟ। ਉਹਨੇ ਸਾਰੇ ਖਜ਼ਾਨੇ ਆਗਰੇ ਦੇ ਮਥੁਰਾ ਦੇ ਸਰਕਾਰੀ ਖਜ਼ਾਨੇ ਲੁੱਟ ਲਏ। ਸੋ ਗੱਡੋ ਉਸ ਛਿਪਾਹੇ ਤੁਰਾਇਓ। 100 ਗੱਡਾ ਉਹਨੇ ਛੁਪਾ ਕੇ ਮਾਲ ਦਾ ਲੱਦ ਕੇ ਤੋੜ ਦਿੱਤਾ। ਤਾਉ ਭੀ ਉਸ ਕਾ ਅੰਤ ਨਾ ਪਾਇਓ। ਫੇਰ ਵੀ ਮਾਲ ਮੁੱਕਿਆ ਨਹੀਂ ਆਗਰੇ ਦੇ ਵਿੱਚੋਂ। ਇੰਨਾ ਖਜ਼ਾਨਾ ਸ਼ਾਹੀ ਸੂਰਜਮਲ ਨੂੰ ਲੱਭ ਗਿਆ। ਨਜੀਬੇ ਰੋਹੇਲੇ ਸਿਉ ਬਹੁ ਲਰਿਓ। ਨਜੀਬ ਖਾਂ ਰੋਹੇਲੇ ਦੇ ਨਾਲ ਸੂਰਜਮਲ ਨੇ ਜੰਗ ਕੀਤਾ, ਬੜਾ ਭਿਆਨਕ ਯੁੱਧ ਹੋਇਆ ਸੀ। ਕਿਸੇ ਤੌਰ ਸੂਰਜਮਲ ਮਰਿਓ। ਤੇ ਸੂਰਜਮਲ ਉਸ ਲੜਾਈ 'ਚ ਮਾਰਿਆ ਗਿਆ ਸੀ। ਦੋਹਰਾ ਤਿਸੈ ਪੁੱਤਰ ਲੇਨ ਬੇਰ ਬੈਰ ਪਿਤ ਫੌਜ ਆਪ ਰਖ ਲੀਨ। ਸੂਰਜਮਲ ਦਾ ਪੁੱਤਰ ਸੀ ਜਵਾਹਰਮਲ ਜਾਟ। ਉਸ ਨੇ ਜੱਟਾਂ ਦੀ ਫੌਜ ਆਗਰੇ ਦੇ ਇਲਾਕੇ 'ਚ ਇਕੱਠੀ ਕਰ ਲਈ ਤੇ ਉਹ ਆਪਣੇ ਪਿਓ ਦਾ ਬਦਲਾ ਅਬਦਾਲੀ ਦੇ ਜਰਨੈਲ ਕੋਲੋਂ ਨਜੀਬ ਖਾਂ ਰੋਹੇਲੇ ਕੋਲੋਂ ਲੈਣਾ ਚਾਹੁੰਦਾ ਸੀ। ਮਰਹਟੈ ਫਿਰੰਗੀ ਰਜਪੂਤ ਨਿਤ ਦੀਏ ਟਕਾ ਲੱਖ 3 ਲੱਖ ਰੁਪਈਆ ਉਹ ਰੋਜ਼ ਦਾ ਦਿੰਦਾ ਸੀ ਮਰਹਟਿਆਂ ਨੂੰ ਤੇ ਫਰੰਗੀਆਂ ਨੂੰ, ਜਿਹੜੇ ਅੰਗਰੇਜ਼ਾਂ ਦੇ ਨਾਲ ਦੇ ਫਰੰਗੀ ਫਰਾਂਸੀਸੀ ਆਏ ਹੋਏ ਸਨ, ਔਰ ਰਾਜਪੂਤਾਂ ਨੂੰ
ਭਾਵ ਰਾਜਪੂਤਾਂ ਦੀ, ਮਰਾਠਿਆਂ ਦੀ ਤੇ ਫਰੰਗੀਆਂ ਦੀ ਫੌਜ ਜਵਾਹਰ ਮੱਲ ਨੇ ਇਕੱਠੀ ਕਰ ਲਈ ਸੀ। ਇੱਕ ਵਾਰੀ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਏ ਨੂੰ ਵੀ ਆਪਣੇ ਇਲਾਕੇ 'ਚ ਸੱਦਿਆ ਸੀ ਸਤਿਕਾਰ ਦੇ ਨਾਲ। ਉਹ ਜਵਾਹਰ ਮੱਲ ਅਸਲ ਅਬਦਾਲੀ ਦਾ ਬੜਾ ਵੱਡਾ ਦੁਸ਼ਮਣ ਸੀ। ਜਾਓ ਪਈ ਜੱਟ ਜਵਾਹਰ ਦਿੱਲੀ ਘੇਰੀ, ਜੱਟ ਜਵਾਹਰ ਮੱਲ ਨੇ ਦਿੱਲੀ ਨੂੰ ਘੇਰਾ ਪਾ ਲਿਆ। ਨਜੀਬੀ ਰੋਹੇਲੇ ਥੋ ਅੰਦਰ ਕੇਰੀ, ਉਹਨੇ ਨਜੀਬ ਖਾਨ ਰੋਹੇਲੇ ਨੂੰ ਅੰਦਰ ਘੇਰ ਲਿਆ। ਬਹੁਤ ਤੰਗੀ ਜਬ ਉਸਕੋ ਭਈ, ਜਦੋਂ ਨਜੀਬ ਖਾਨ ਰੋਹੇਲਾ ਘਿਰ ਗਿਆ ਤੇ ਉਹਨੂੰ ਬੜੀ ਤੰਗੀ ਹੋਈ। ਉਸकी ਫਰਿਆਦ ਫਿਰ ਕਾਬਲ ਗਈ, ਨਜੀਬ ਖਾਨ ਰੋਹੇਲੇ ਨੇ ਆਪਣੀ ਫਰਿਆਦ ਅਹਿਮਦ ਸ਼ਾਹ ਅਬਦਾਲੀ ਕੋਲ ਕਾਬਲ ਭੇਜੀ ਵੀ ਮੈਨੂੰ ਜਵਾਹਰ ਮੱਲ ਮਾਰ ਦੇਵੇਗਾ ਜੇ ਤੁਸੀਂ ਛੇਤੀ ਨਾ ਆਏ। 30 ਕੋਟ ਉਸ ਟਕਾ ਲਿਖ ਦਿਓ, 30 ਕਰੋੜ ਟਕਾ 30 ਕਰੋੜ ਟਕਾ ਮੈਂ ਦਿੱਲੀ ਦੇ ਖਜ਼ਾਨੇ ਚੋਂ ਅਬਦਾਲੀ ਨੂੰ ਦਿਆਂਗਾ। ਇਹ ਮੰਨ ਲਿਆ ਨਜੀਬ ਖਾਨ ਰੋਹੇਲੇ ਨੇ। ਅਹਿਮਦ ਸ਼ਾਹ ਤਿਸ ਮਦਦ ਅਹਿਓ, ਅਹਿਮਦ ਸ਼ਾਹ 30 ਕਰੋੜ ਟਕੇ ਦੇ ਲਾਲਚ ਨਾਲ ਨਜੀਬ ਖਾਨ ਰੋਹੇਲੇ ਦੀ ਮਦਦ ਕਰਨ ਲਈ ਹਿੰਦੁਸਤਾਨ ਤੇ ਚੜ ਆਇਆ ਸੀ। ਆਇਓ ਆਈ ਜਬ ਉਸਕੀ ਭਈ, ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਆਉਣ ਦੀ ਖਬਰ ਪੰਜਾਬ ਦੇ ਵਿੱਚ ਹੋਈ, ਆਓ ਆਈ ਆ ਗਿਆ ਅਬਦਾਲੀ, ਆ ਗਿਆ ਦੁਰਾਨੀ, ਰੌਲਾ ਪੈ ਗਿਆ। ਸਿੰਘ ਟੱਬਰਨ ਭਾਜੜ ਪਈ, ਸਿੰਘਾਂ ਦੇ ਟੱਬਰਾਂ ਨੂੰ ਭਾਜੜ ਪੈ ਜਾਂਦੀ ਸੀ ਕਿਉਂਕਿ ਅਬਦਾਲੀ ਸਿੰਘਾਂ ਨੂੰ ਵੀ ਮਾਰਦਾ ਸੀ, ਪੰਜਾਬ ਦੇ ਲੋਕਾਂ ਨੂੰ ਲੁੱਟਦਾ ਸੀ। ਜੋ ਨੱਠ ਤੁਰਿਓ ਪਹਾੜਨ ਵੱਲ, ਜਿਹੜੇ ਸਿੰਘਾਂ ਦੇ ਬੱਚੇ ਬੀਬੀਆਂ ਬੁੱਢੇ ਕੋਈ ਪਹਾੜਾਂ ਨੂੰ, ਕੋਈ ਬੀਕਾਨੇਰ ਦੇ ਜੰਗਲਾਂ ਨੂੰ, ਕੋਈ ਮਾਲਵੇ ਨੂੰ ਦੌੜ ਜਾਂਦੇ ਸਨ। ਲੁੱਟੇ ਪ੍ਰਭਤੀਆਂ ਪੁੱਛੀ ਨਾ ਗੱਲ, ਜਿਹੜੇ ਪਹਾੜਾਂ ਨੂੰ ਗਏ ਉਹ ਪਹਾੜੀਆਂ ਨੇ ਲੁੱਟ ਲਏ ਸਿੱਖ ਪਰਿਵਾਰ। ਜੋ ਵੜ ਲੁਕੇ ਬੇਲਣ ਮੱਧ ਦਰਿਆਏ, ਜਿਹੜੇ ਸਿੱਖਾਂ ਦੇ ਪਰਿਵਾਰ ਜੰਗਲਾਂ ਬੇਲਿਆਂ 'ਚ ਲੁੱਕੇ ਸਨ ਉਸ ਵੇਲੇ। ਚੋਰਨ ਲੁੱਟੇ ਸ਼ੇਰਨ ਲੈ ਖਾਏ, ਉਹਨਾਂ ਨੂੰ ਚੋਰਾਂ ਨੇ ਲੁੱਟ ਲਿਆ ਜਾਂ ਜੰਗਲੀ ਜਾਨਵਰਾਂ ਨੇ ਖਾ ਲਿਆ। ਏਦਾਂ ਲੋਕਾਂ ਦਾ ਬੜਾ ਨੁਕਸਾਨ ਹੋਇਆ। ਰਹੇ ਦੇਸ਼ ਮੈਂ ਹੀਏ ਕਰ ਜੋਏ, ਜਿਹੜੇ ਹੌਸਲਾ ਕਰਕੇ ਦੇਸ਼ ਪੰਜਾਬ ਵਿੱਚ ਰਹੇ ਭਾਵ ਜੰਗਲਾਂ ਨੂੰ ਨਹੀਂ ਗਏ, ਗਿਲਜਨ ਫੜਾਏ ਸ਼ਰੀਕਨ ਸੋਏ। ਉਹ ਸ਼ਰੀਕਾਂ ਨੇ ਅਬਦਾਲੀ ਦੀ ਫੌਜ ਨੂੰ ਦੱਸ ਕੇ ਫੜਾ ਦਿੱਤੇ, ਉਹ ਵੀ ਮਰਵਾ ਦਿੱਤੇ। ਘਰ ਕੋ ਛੱਡ ਸਿੰਘ ਜਹ ਜਹ ਜਾਹੇ, ਘਰ ਛੱਡ ਕੇ ਸਿੰਘ ਜਿੱਥੇ ਜਿੱਥੇ ਜਾਂਦੇ ਸਨ ਤਹੀਂ ਤਹੀਂ ਦੁੱਖ ਬਹੁਤੇ ਪਾਹੇ, ਉੱਥੇ ਉੱਥੇ ਭਾਰੀ ਦੁੱਖ ਭੋਗਦੇ ਸਨ। ਦੋਹਰਾ ਜੋ ਜੰਗਲ ਮੇ ਜਾਏ ਪੁੱਜੇ, ਸੋ ਰੁਲੇ ਬੇਗਾਨੇ ਬਾਰ। ਜਿਹੜੇ ਜੰਗਲ ਵਿੱਚ ਜਾ ਵਾਲੇ ਮਾਲਵੇ ਵਿੱਚ ਉਹ ਵੀ ਬਗਾਨੇ ਬੂਹੇ ਤੇ ਰੁਲੇ ਹਨ। ਨਿਹੰਗ ਸਿੰਘ ਐਸੇ ਸੁਣਿਓ ਤਉ ਮਨ ਕੀਓ ਵਿਚਾਰ, ਜਦੋਂ ਨਿਹੰਗ ਸਿੰਘ ਬਾਬੇ ਗੁਰਬਖਸ਼ ਸਿੰਘ ਨੂੰ ਪਤਾ ਲੱਗਾ ਵੀ ਪੰਜਾਬ ਦੇ ਵਿੱਚ ਤਾਂ ਬੜੀ ਗੜਬੜ ਹੈ ਔਰ ਪੰਜਾਬ ਵਿੱਚ ਲੋਕ ਬੜੇ ਦੁਖੀ ਨੇ, ਵਿਚਾਰੇ ਬੀਬੀਆਂ ਬੱਚੇ ਬੁੱਢੇ ਘਰਾਂ ਬਾਰਾਂ ਨੂੰ ਛੱਡ ਕੇ ਕੋਈ ਜੰਗਲਾਂ ਵਿੱਚ, ਕੋਈ ਪਹਾੜਾਂ ਵਿੱਚ, ਕੋਈ ਮਾਲਵੇ ਦੇ ਵਿੱਚ ਬਗਾਨੇ ਬਾਰਾਂ ਤੇ ਰੁਲ ਰਹੇ ਨੇ। ਚਾਓ ਪਈ ਪੜੈ ਰਹਿ ਰਾਸ ਲੱਗਿਓ ਪੰਥ ਦੀਵਾਨ, ਬਾਬੇ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਰਹਿ ਰਾਸ ਦਾ ਦੀਵਾਨ ਲੱਗਾ। ਸ੍ਰੀ ਅਕਾਲ ਤਖਤ ਤੇ ਪਾਠ ਸੁਣਦੇ ਸਨ। ਸਾਧ ਸੰਗਤ ਜੀ, ਪੁਰਾਤਨ ਸਮੇਂ ਦੀ ਮਰਜ਼ਾਦਾ ਸੀ। ਅਸੀਂ ਬਾਬਾ ਸ਼ਾਮ ਸਿੰਘ ਜੀ ਮਹਾਪੁਰਸ਼ਾਂ ਦਾ ਜੀਵਨ ਪੜ੍ਹਦੇ ਹਾਂ, ਹੋਰ ਪੁਰਾਤਨ ਗ੍ਰੰਥ ਪੜ੍ਹਦੇ ਹਾਂ। ਉਹ 'ਚ ਪਤਾ ਲੱਗਦਾ ਕਿ ਸ਼ਾਮ ਦਾ ਦੀਵਾਨ ਰਹਿ ਰਾਸਤਾ ਅਕਾਲ ਤਖਤ ਤੇ ਲੱਗਦਾ ਤਾਂ ਹੁਣ ਵੀ ਹੈ, ਪਰ ਹੁਣ ਲੋਕਾਂ ਨੂੰ ਮਰਜ਼ਾਦਾ ਦਾ ਪਤਾ ਨਹੀਂ। ਹਰਿਮੰਦਰ ਸਾਹਿਬ ਜਾ ਕੇ ਹਾਜ਼ਰੀ ਭਰ ਲੈਂਦੇ, ਅਕਾਲ ਤਖਤ ਤੇ ਘੱਟ ਬਹਿੰਦੇ। ਪਹਿਲਾਂ ਦਿਨੇ ਕੀਰਤਨ ਹਰਿਮੰਦਰ ਸਾਹਿਬ ਸੁਣਦੇ ਸੀਗੇ, ਸ਼ਾਮ ਨੂੰ ਢਾਡੀਆਂ ਦੀਆਂ ਵਾਰਾਂ ਤੇ ਰਹਿ ਰਾਸ ਦਾ ਦੀਵਾਨ ਸ੍ਰੀ ਅਕਾਲ ਤਖਤ ਤੇ ਸੁਣਦੇ। ਸਾਰਾ ਪੰਥ ਇਕੱਠਾ ਜ਼ਰੂਰੀ ਹੁੰਦਾ ਸੀ। ਜਿਹੜਾ ਕੋਈ ਅੰਮ੍ਰਿਤਸਰ ਵਿੱਚ ਰਹਿ ਰਿਹਾ ਹੁੰਦਾ ਸੀ ਸਿੰਘ ਸਰਦਾਰ, ਉਹਨੂੰ 100 ਕੰਮ ਛੱਡ ਕੇ ਵੀ ਆਉਣਾ ਪੈਂਦਾ ਸੀ। ਇਹ ਮਰਜ਼ਾਦਾ ਸੀਗੀ। ਸ੍ਰੀ ਅਕਾਲ ਬੁੰਗੇ ਦੀਵਾਨ ਸਜਿਆ ਰਹਿ ਰਾਸ ਦਾ ਪਾਠ ਸੁਣਨ ਲਈ ਸਾਰਾ ਖਾਲਸਾ ਇਕੱਠਾ ਹੋਇਆ। ਅਕਾਲ ਬੁੰਗਾ ਢਿਗ ਤਖਤ ਮਕਾਨ, ਸ੍ਰੀ ਅਕਾਲ ਬੁੰਗੇ ਤਖਤ ਸਾਹਿਬ ਜੀ ਦੇ ਉੱਤੇ ਕਰ ਗੁਰਮਤੋ ਦਿਓ ਬਹੀਰ ਤੁਰਾਈ। ਬਾਬੇ ਗੁਰਬਖਸ਼ ਸਿੰਘ ਜੀ ਨੇ ਗੁਰਮਤਾ ਕੀਤਾ ਵੀ ਹੁਣ ਅਬਦਾਲੀ ਆ ਰਿਹਾ ਹੈ, ਬੀਬੀਆਂ ਦਾ ਬੱਚਿਆਂ ਦਾ ਬੁੱਢਿਆਂ ਦਾ ਨੁਕਸਾਨ ਹੋਵੇਗਾ। ਉਹਨਾਂ ਨੇ ਆਪਣੇ ਵਹੀਰ ਨੂੰ ਆਖਿਆ ਤੁਸੀਂ ਇੱਥੋਂ ਚਲੇ ਜਾਓ। ਬੀਬੀਆਂ ਨੂੰ ਬੱਚਿਆਂ ਨੂੰ ਬੁੱਢਿਆਂ ਨੂੰ ਤੋਰ ਦਿੱਤਾ। ਛੜੀ ਫੌਜ ਕਿਸ ਰਹੀ ਉਸ ਥਾਈ, ਕੁਝ ਫੌਜ ਯਾਨੀ ਜਿਹੜੇ ਸਿੰਘ ਸਨ ਥੋੜੇ ਜੇ ਉਹ ਰਹਿ ਗਏ ਬਾਬਾ ਗੁਰਬਖਸ਼ ਸਿੰਘ ਜੀ ਕੋਲ, ਜਿਹੜੇ ਜੰਗ ਕਰਨ ਵਾਲੇ ਸਨ। ਬਾਕੀਆਂ ਨੂੰ ਆਖਿਆ ਵੀ ਤੁਸੀਂ ਭਾਈ ਇੱਥੋਂ ਚਲੇ ਜਾਓ, ਤੁਹਾਡਾ ਬਚਾਅ ਹੋ ਜਾਵੇ। ਤਬ ਨਿਹੰਗ ਸਿੰਘ ਬਾਤ ਉਚਾਰੀ, ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਬੋਲੇ, ਹੈ ਕੋ ਸਿੰਘ ਇਸ ਪੰਥ ਮਝਾਰੀ। ਹੈ ਵੀ ਕੋਈ ਖਾਲਸੇ ਪੰਥ ਵਿੱਚ ਗੁਰੂ ਦਾ ਪਿਆਰਾ ਸਿੰਘ, ਲਾਏ ਸੀਸ ਕਰੈ ਦਰਗਹ ਪੁਕਾਰ। ਕਿ ਹੁਣ ਸ਼ਹੀਦੀ ਪਾ ਕੇ ਸੀਸ ਲਾ ਕੇ
ਅਕਾਲ ਪੁਰਖ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਦਰਗਾਹ 'ਚ ਆਪਣੀ ਫਰਿਆਦ ਪਹੁੰਚਾ ਦੇਵੇ ਤੇ ਤਾਂ ਕਿ ਫਰਿਆਦ ਇਹ ਕਰਨੀ ਹੈ ਕਿ ਮਹਾਰਾਜ ਜੀ ਅਬਦਾਲੀ ਦਾ ਆਉਣਾ ਬੰਦ ਕਰ ਦਿਓ, ਅਬਦਾਲੀ ਦੇ ਰਸਤੇ ਬੰਦ ਕਰ ਦਿਓ, ਪੰਜਾਬ ਬਰਬਾਦ ਹੋ ਰਿਹਾ ਹੈ। ਸਾਧ ਸੰਗਤ ਜੀ ਤੁਸੀਂ ਸੋਚੋ, ਕਿਉਂਕਿ ਅਸੀਂ ਕਿਸੇ ਦੇ ਦੁੱਖ ਨੂੰ ਉਦੋਂ ਸਮਝ ਸਕਦੇ ਹਾਂ ਜਦੋਂ ਉਹ ਦੁੱਖ ਅਸੀਂ ਆਪਣੇ ਉੱਤੇ ਘਟਦਾ ਸੋਚਦੇ ਹਾਂ ਜਾਂ ਦੇਖਦੇ ਹਾਂ। ਆਪਾਂ ਬੈਠੇ ਆਪਣੇ ਘਰਾਂ ਵਿੱਚ, ਅਸੀਂ ਆਪਣੇ ਬੱਚਿਆਂ ਦੇ ਲਈ ਵਧੀਆ ਕੱਪੜੇ ਖਰੀਦੇ ਹੋਏ ਨੇ, ਖਾਣ ਪੀਣ ਦੇ ਵਾਸਤੇ ਵਧੀਆ ਪਦਾਰਥ ਬਣਾਏ ਨੇ, ਮਿਹਨਤ ਕਰਕੇ ਘਰ ਬਣਾਏ ਨੇ, ਭਾਂਡੇ ਟਿੰਡੇ ਹਨ। ਕੋਈ ਆਵੇ ਆ ਕੇ ਸਾਡਾ ਘਰ-ਬਾਰ ਲੁੱਟ ਕੇ ਲੈ ਜਾਵੇ, ਅਸੀਂ ਸਾਲ 6 ਮਹੀਨੇ ਹੋਰ ਮਿਹਨਤ ਕਰਕੇ ਦੁਬਾਰਾ ਬਣਾ ਕੇ ਘਰ ਬੱਚਿਆਂ ਦਾ ਮੂੰਹ 'ਚ ਗਰਾਈ ਪਾਉਣ ਦਾ ਸਾਧਨ ਕਰੀਏ, ਅਗਲੇ ਸਾਲ ਉਹ ਫੇਰ ਆਵੇ, ਫੇਰ ਉਹ ਲੁੱਟ ਕੇ ਲੈ ਜਾਵੇ, ਤੇ ਸਾਡਾ ਜੀਣਾ ਕਿੰਨਾ ਕੁ ਦੁਖਦਾਈ ਹੋਵੇਗਾ। ਸਾਨੂੰ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣੀ ਵੀ ਔਖੀ ਹੋਵੇ, ਸਾਨੂੰ ਆਪਣਾ ਬਾਲ ਬੱਚਾ ਬਚਾਉਣਾ ਔਖਾ ਹੋਵੇ, ਕਿੰਨਾ ਕੁ ਦੁਖਦਾਈ ਹੋਵੇ। ਅਬਦਾਲੀ ਇਹ ਕਰਦਾ ਸੀਗਾ, ਖਾਧਾ ਪੀਤਾ ਲਾਏ ਦਾ ਬਾਕੀ ਅਹਿਮਦ ਸ਼ਾਹ ਦਾ, ਇਹ ਕਹਾਵਤ ਚੱਲੀ ਹੋਈ ਸੀ। ਅੱਜ ਬਾਬੇ ਗੁਰਬਖਸ਼ ਸਿੰਘ ਜੀ ਰਹਿਰਾਸ ਦੇ ਪਾਠ ਤੋਂ ਬਾਅਦ ਬੜੇ ਦੁਖੀ ਹਿਰਦੇ ਨਾਲ ਇਹ ਕੂਕ ਕੇ ਕਿਹਾ, ਕੋਈ ਹੈ ਗੁਰੂ ਕਾ ਸਿੰਘ ਜਿਹੜਾ ਆਪਣਾ ਸੀਸ ਦੇ ਕੇ ਅਕਾਲ ਪੁਰਖ ਦੇ ਚਰਨਾਂ 'ਚ ਫਰਿਆਦ ਪਹੁੰਚਾ ਦੇਵੇ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਸੀ ਕਿ ਤੁਹਾਡੇ 'ਚੋਂ ਕੋਈ ਮਹਾਂਪੁਰਸ਼ ਆਪਣਾ ਸੀਸ ਦੇ ਦੇਵੇ ਤੇ ਤੁਹਾਡਾ ਧਰਮ ਬਚ ਸਕਦਾ ਹੈ। ਸੀਸ ਤਾਂ ਦੂਜੇ ਦਾ ਵੀ ਹੋਰ ਵੀ ਕੋਈ ਦੇ ਦੇਵੇ, ਪਰ ਹੋਰ ਦੇ ਦਿੱਤੇ ਸੀਸ ਦਾ ਅਸਰ ਨਹੀਂ ਪੈਂਦਾ, ਅਸਰ ਪੈਂਦਾ ਕਿਸੇ ਮਹਾਂਪੁਰਸ਼ ਦਾ, ਬੰਦਗੀ ਵਾਲੇ ਦਾ। ਅੱਜ ਬਾਬਾ ਗੁਰਬਖਸ਼ ਸਿੰਘ ਜੀ ਨੂੰ ਇਹ ਤਾਂ ਪਤਾ ਵੀ ਸਿੰਘ ਦਾ ਰੋਜ਼ ਸ਼ਹੀਦੀਆਂ ਪਾ ਰਹੇ ਆ, ਪਰ ਕੋਈ ਐਸੀ ਰੂਹ ਸ਼ਹੀਦ ਹੋਵੇ, ਐਸਾ ਕੋਈ ਮਹਾਬਲੀ ਮਹਾਪੁਰਸ਼ ਆਪਣਾ ਸੀਸ ਦਵੇ ਜਿਹਦੇ ਸੀਸ ਦੇਣ ਨਾਲ ਅਬਦਾਲੀ ਦਾ ਰਸਤਾ ਸਦਾ ਲਈ ਬੰਦ ਹੋ ਜਾਵੇ। ਹਾਂਜੀ, ਸੋ ਪੁਕਾਰ ਉਸ ਮੰਨੈ ਕਰਤਾਰ, ਉਹ ਸਿੰਘ ਦੀ ਅਰਦਾਸ, ਉਹਦੀ ਪੁਕਾਰ ਦਰਗਾਹ 'ਚ ਮੰਨੀ ਜਾਏਗੀ। ਕਰਤਾ ਪੁਰਖ ਗੁਰੂ ਨਾਨਕ ਸਾਹਿਬ ਜੀ ਉਸ ਪੁਕਾਰ ਨੂੰ ਸੁਣ ਕੇ ਅਬਦਾਲੀ ਦਾ ਰਾਹ ਰੋਕ ਦੇਣਗੇ। ਹਠੀਆ ਤਪੀਆ ਜਪੀਆ ਜੋਏ, ਜਿਹੜਾ ਹਠੀ ਤਪੀ ਜਪੀ ਹੋਵੇ, ਰਹਿਤਵਾਨ ਸਚਿਆਰ ਪੀ ਹੋਏ, ਰਹਿਤਵਾਨ ਹੋਵੇ, ਸਚਿਆਰ ਹੋਵੇ, ਜਤੀ ਸਤੀ ਹੋਵੇ, ਹਰ ਗੱਲ 'ਚ ਪੂਰਾ ਹੋਵੇ, ਉਹ ਸਿੰਘ ਸ਼ਹੀਦ ਹੋਵੇ ਤਾਂ ਫਿਰ ਅਬਦਾਲੀ ਦਾ ਰਸਤਾ ਬੰਦ ਹੋਵੇਗਾ। ਪਰ ਸਵਾਰਥ ਹਿਤ ਦੇਹ ਸੋ ਲਾਵੈ, ਉਹ ਪੂਰੇ ਪੰਜਾਬ, ਪੂਰੇ ਹਿੰਦੁਸਤਾਨ ਖਾਲਸੇ ਪੰਥ ਦੇ ਭਲੇ ਲਈ ਆਪਣਾ ਸੀਸ ਬਲੀਦਾਨ ਦੇ ਦੇਵੇ। ਵਾਂਗ ਤਾਰੂ ਸਿੰਘ ਤੁਰਕਨ ਗਲਾਵੈ, ਜਿਵੇਂ ਤਾਰੂ ਸਿੰਘ ਮਹਾਪੁਰਸ਼ ਹੋਇਆ ਹੈ, ਉਹਨੇ ਸ਼ਹੀਦੀ ਪਾਈ ਸੀ 1745 ਦੇ ਵਿੱਚ, ਤੇ ਜ਼ਕਰੀਆ ਖਾਨ ਨਰਕਾਂ ਨੂੰ ਗਿਆ ਸੀ। ਹੁਣ ਵੀ ਕਿਸੇ ਮਹਾਪੁਰਸ਼ ਦੀ ਸ਼ਹੀਦੀ ਦੀ ਲੋੜ ਹੈ ਕਿ ਅਹਿਮਦ ਸ਼ਾਹ ਅਬਦਾਲੀ ਵੀ ਨਰਕਾਂ ਨੂੰ ਚਲਾ ਜਾਵੇ। ਸੋ ਸਿੰਘਨ ਸੁਣ ਐਸੇ ਕਹਿਓ, ਬਾਬੇ ਗੁਰਬਖਸ਼ ਸਿੰਘ ਜੀ ਦਾ ਇਹ ਬਚਨ ਸੁਣ ਕੇ ਸ੍ਰੀ ਅਕਾਲ ਤਖਤ ਤੇ ਸਜੇ ਹੋਏ ਦੀਵਾਨ ਦੇ ਸਿੰਘਾਂ ਨੇ ਅੱਗੋਂ ਆਖਿਆ, ਤੁਮ ਤੈ ਸਿੱਖ ਭਲੋ ਕੋ ਭਇਓ। ਉਹ ਕਹਿਣ ਲੱਗੇ, ਨਿਹੰਗ ਸਿੰਘ ਜੀ ਤੁਹਾਡੇ ਤੋਂ ਵੱਡਾ ਕਿਹੜਾ ਗੁਰਸਿੱਖ ਹੈ, ਤੁਹਾਡੇ ਤੋਂ ਵੱਡਾ ਕਿਹੜਾ ਮਹਾਪੁਰਸ਼ ਹੈ। ਜਿਵੇਂ ਗੁਰੂ ਕਲਗੀਧਰ ਜੀ ਨੇ ਜਦੋਂ ਪੁੱਛਿਆ, ਪਿਤਾ ਜੀ ਇਹ ਪੰਡਤ ਬ੍ਰਾਹਮਣ ਕਿਉਂ ਬੈਠੇ ਨੇ, ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ? ਤੇ ਮਹਾਰਾਜ ਨੇ ਆਖਿਆ, ਪੁੱਤਰ ਇਹਨਾਂ ਦਾ ਧਰਮ ਕੋਈ ਮਹਾਂਪੁਰਸ਼ ਹੀ ਬਚਾ ਸਕਦਾ ਆਪਣੇ ਸੀਸ ਦਾ ਬਲੀਦਾਨ ਦੇ ਕੇ। ਤੇ ਕਲਗੀਧਰ ਜੀ ਨੇ ਆਖਿਆ, ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੈ? ਸ੍ਰੀ ਅਕਾਲ ਬੁੰਗੇ ਤੇ ਅੱਜ ਸਾਰੇ ਸਿੰਘ ਕਹਿਣ ਲੱਗੇ, ਬਾਬਾ ਗੁਰਬਖਸ਼ ਸਿੰਘ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੈ? ਐਸੀ ਸ਼ਕਤ ਔਰ ਕਿਸ ਮਾਹੇ, ਹੋਰ ਕਿਹਦੇ ਵਿੱਚ ਇਤਨੀ ਸ਼ਕਤੀ ਹੋ ਸਕਦੀ ਹੈ ਜਿਤਨੀ ਸ਼ਕਤੀ ਤੁਹਾਡੇ ਵਿੱਚ ਹੈ? ਪੁੱਜੈ ਪੁਕਾਰ ਜਿਸ ਸੱਚੀ ਦਰਗਾਹੇ, ਜਿਹਦੀ ਪੁਕਾਰ ਸੱਚੀ ਦਰਗਾਹ 'ਚ ਪਹੁੰਚ ਸਕਦੀ ਹੋ ਤੁਸੀਂ ਹੋ। ਦੋਹਰਾ ਸੋ ਸੁਣ ਸਿੰਘ ਜੀ ਮੰਨ ਲਈ, ਹਾਥ ਜੋਰ ਸਿਰ ਨਾਏ। ਬਾਬਾ ਗੁਰਬਖਸ਼ ਸਿੰਘ ਜੀ ਨੇ ਸਾਰੇ ਪੰਥ ਖਾਲਸੇ ਦਾ ਬਚਨ ਸਿਰ ਮੱਥੇ ਤੇ ਹੱਥ ਜੋੜ ਕੇ ਮੰਨ ਲਿਆ। ਠੀਕ ਹੈ ਸਿੰਘੋ, ਜੇ ਸਾਡਾ ਸੀਸ ਦੇਣ ਦੇ ਨਾਲ ਅਬਦਾਲੀ ਦਾ ਰਾਹ ਬੰਦ ਹੁੰਦਾ ਹੈ ਤਾਂ ਅਸੀਂ ਆਪਣਾ ਸੀਸ ਦੇ ਦਿਆਂਗੇ। ਖਾਲਸਾ ਅੱਗੇ ਜੋੜ ਹੱਥ, ਗਾਨਾ ਲਿਓ ਬੰਧਾਏ। ਬਾਬਾ ਗੁਰਬਖਸ਼ ਸਿੰਘ ਜੀ ਕਹਿਣ ਲੱਗੇ, ਫਿਰ ਲਓ ਖਾਲਸਾ ਜੀ ਸਾਡੇ ਹੱਥ ਤੇ ਸ਼ਹੀਦੀ ਗਾਨਾ ਬੰਨ੍ਹ ਦਿਓ।
ਜਿਵੇਂ ਕੋਈ ਲੜਕੇ ਨੂੰ ਬਰਾਤ ਵਿੱਚ ਲਿਜਾਣਾ ਹੋਵੇ ਨਾ, ਤੇ ਉਹ ਵਿਆਹ ਤੋਂ ਪਹਿਲਾਂ ਉਹ ਲਾੜੇ ਨੂੰ ਗਾਨਾ ਬੰਨ੍ਹ ਦਿੰਦੇ, ਉਹਨਾਂ ਨੂੰ ਕਹਿੰਦੇ ਨੇ ਸਾਏ ਬੰਨਿਆ, ਸਾਏ ਬੰਨ੍ਹ ਦਿੰਦੇ ਆ। ਕਹਿੰਦੇ ਹੁਣ ਮੇਰਾ ਸ਼ਹੀਦੀ ਦਾ ਗਾਨਾ ਬੰਨ੍ਹ ਦਿਓ, ਫਿਰ ਮੈਂ ਹੁਣ ਸ਼ਹੀਦ ਹੋਵਾਂਗਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲੜ ਕੇ। ਜਾਓ ਪਈ ਨਿਹੰਗ ਸਿੰਘ ਤਬ ਬਚਨ ਉਚਾਰਾ। ਤਾਂ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਖਾਲਸੇ ਦੇ ਦੀਵਾਨ ਵਿੱਚ ਇਉਂ ਬੋਲੇ, ਹੈ ਗੁਰਮੁਖ ਜੋ ਸਿੰਘ ਪਿਆਰਾ। ਬਾਬਾ ਜੀ ਕਹਿਣ ਲੱਗੇ, ਹੈ ਵੀ ਕੋਈ ਗੁਰੂ ਦਾ ਪਿਆਰਾ ਗੁਰਮੁਖ ਸਿੰਘ, ਕਰੈ ਤਿਆਰੀ ਹਮ ਸੰਗ ਸੋਏ। ਜਿਹਨੇ ਜਾਣਾ ਹੋਵੇ ਸੱਚਖੰਡ, ਅਸੀਂ ਜਾਣਾ ਸੱਚਖੰਡ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਜਾਣਾ ਹੈ। ਸਾਡੇ ਨਾਲ ਜਿਹੜੀ ਫੌਜ ਨੇ ਜਾਣਾ ਹੈ ਉਹ ਗਾਨੇ ਬੰਨ ਲਓ, ਸ਼ਹੀਦੀ ਗਾਨੇ। ਹਾਂਜੀ, ਮੈਂ ਲਾੜੋ ਵਹਿ ਸਿਰ ਬਾਲੋ ਹੋਏ। ਮੈਂ ਤਾਂ ਲਾੜਾ ਬਣਨਾ, ਮੇਰੀ ਜੰਜ ਜਾਣੀ ਹੈ, ਮੇਰੇ ਨਾਲ ਸਰਬਾਲੇ ਬਣਨਾ ਹੈ। ਜਿਵੇਂ ਕੋਈ ਲੜਕਾ ਵਿਆਹਣ ਜਾਂਦਾ ਹੈ ਨਾ, ਉਹਦੇ ਸਿਹਰੇ ਬੰਨ ਦਿੰਦੇ ਹੈ, ਗਾਨਾ ਬੰਨ ਦਿੰਦੇ, ਉਹਦੇ ਨਾਲ ਇੱਕ ਛੋਟੇ ਉਹਦੇ ਭਾਈ ਨੂੰ ਜਾਂ ਕਿਸੇ ਦੋਸਤ ਨੂੰ ਜਾਂ ਕਿਸੇ ਹੋਰ ਨੌਜਵਾਨ ਨੂੰ ਸਰਬਾਲਾ ਵੀ ਬਣਾ ਦਿੰਦੇ। ਮੈਂ ਤਾਂ ਲਾੜਾ ਬਣਾਂਗਾ ਤੇ ਮੇਰੇ ਨਾਲ ਸਰਬਾਲੇ ਬਣਨ ਲਈ, ਲਾੜੀ ਮੌਤ ਵਿਆਹਣ ਲਈ ਤਿਆਰ ਹੋ ਜਾਓ। ਸੁਣਤ ਬਚਨ ਸਿੰਘ ਕਈ ਖਲੋਏ। ਬਾਬਾ ਜੀ ਦਾ ਬਚਨ ਸੁਣ ਕੇ ਕਈ ਸਿੰਘ ਖਲੋ ਗਏ, ਸ਼ਹੀਦੀਆਂ ਪਾਉਣ ਨੂੰ ਤਿਆਰ ਬਰ ਤਿਆਰ। ਉਸ ਵੇਲੇ ਖਾਲਸਾ ਜੀ, ਖਾਲਸਾ ਅਸਲ ਖਾਲਸਾ ਸੀਗਾ, ਸ਼ਹੀਦੀ ਦੇ ਨਾਂ ਨੂੰ ਤਾਂ 1 ਮਿੰਟ 'ਚ ਤਿਆਰ ਹੋ ਜਾਂਦੇ ਸਨ। ਸ਼ਹੀਦੀ ਤਾਂ ਉਹਨਾਂ ਵਾਸਤੇ ਕੋਈ ਆਮ ਜੀ ਗੱਲ ਸੀ। ਤੋ ਉਹ ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਖੜੇ, ਨਾਲ ਹੋਰ ਵੀ ਵਾਰੋ ਵਾਰੀ ਸਿੰਘ ਤਿਆਰ ਹੋ ਗਏ। ਕਰ ਕੁਰਨਸ਼ ਸਿੰਘ ਚਰਨ ਪਰਸੋਏ। ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰਾਂ ਕੀਤੀਆਂ। ਸਿੰਘ ਸਾਹਿਬ ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ ਜੀ ਨੂੰ ਨਮਸਕਾਰ ਕੀਤੀ। ਉਨ ਸਿੰਘਨ ਤਬ ਐਸ ਉਚਾਰਾ। ਉਹ ਸਿੰਘ ਕਹਿਣ ਲੱਗੇ, ਬਾਬਾ ਜੀ, ਜਥੇਦਾਰ ਜੀ, ਹਮ ਚਾਹਤ ਥੇ ਬਚਨ ਤੁਮਾਰਾ। ਅਸੀਂ ਤਾਂ ਤੁਹਾਡਾ ਹੁਕਮ ਚਾਹੁੰਦੇ ਸੀ, ਇਸ਼ਾਰਾ ਮੰਗਦੇ ਸੀ ਵੀ ਬਾਬਾ ਗੁਰਬਖਸ਼ ਸਿੰਘ ਜੀ ਹੁਕਮ ਦੇ ਦੇਣ ਤੇ ਅਸੀਂ ਵੀ ਸ਼ਹੀਦੀਆਂ ਪਾ ਜਾਈਏ। ਸਿੰਘਨ ਦੇਖ ਸਿੰਘ ਔਰ ਭਏ ਖੜੇ। ਕੁਝ ਸਿੰਘਾਂ ਨੂੰ ਖੜਿਆ ਵੇਖ ਕੇ, ਉਹਨਾਂ ਨੂੰ ਵੇਖ ਕੇ ਹੋਰ ਸਿੰਘਾਂ ਨੂੰ ਵੀ ਚਾਹ ਚੜ ਗਿਆ। ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਜਿਨੀ ਮੈਂਡਾ ਲਾਲ ਰਿਝਾਇਆ, ਹਉ ਤਿਸ ਆਗੇ ਮਨ ਡੇਹੀਆਂ। ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦਸ ਦਿਖਾ ਫਿਰ ਕੇਹੀਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਆਰੇ ਸਿੰਘ ਵਾਰੀ ਵਾਰੀ ਸ਼ਹੀਦੀਆਂ ਪਾਉਣ ਨੂੰ ਅੱਗੇ ਆ ਗਏ। ਤੁਮ ਲਾੜੇ ਹਮ ਹੋਏ ਜੰਜ ਚੜੇ। ਬਾਬੇ ਗੁਰਬਖਸ਼ ਸਿੰਘ ਨੂੰ ਉਹ ਸਿੰਘ ਕੀ ਕਹਿੰਦੇ ਆ, ਬਾਬਾ ਜੀ ਤੁਸੀਂ ਲਾੜੇ ਹੋ ਤੇ ਅਸੀਂ ਤੁਹਾਡੇ ਜੰਜੀ ਹਾਂ, ਅਸੀਂ ਜੰਜ ਚੜੇ ਆ ਤੁਹਾਡੇ ਨਾਲ, ਲਾੜੀ ਮੌਤ ਵਿਆਵਾਂਗੇ, ਸ਼ਹੀਦੀਆਂ ਪਾਵਾਂਗੇ। ਤਬ ਨਿਹੰਗ ਸਿੰਘ ਐਸੇ ਕਹਿਓ। ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਇੰਜ ਕਹਿਣ ਲੱਗੇ, ਜਾ ਕੋ ਫਲ ਜਨਮ ਆਗੇ ਲਹਿਓ। ਖਾਲਸਾ ਜੀ, ਫਿਰ ਜੇ ਤੁਸੀਂ ਸ਼ਹੀਦੀਆਂ ਪਾਉਣ ਲਈ ਤਿਆਰ ਹੋ ਨਾ, ਇਹਦਾ ਫਲ ਤੁਹਾਨੂੰ ਅਗਲੇ ਜਨਮਾਂ 'ਚ ਮਿਲੇਗਾ। ਸਾਧ ਸੰਗਤ ਜੀ, ਉਹੀ ਸਿੰਘ ਜਿਹੜੇ ਉੱਥੇ ਸ਼ਹੀਦ ਹੋਏ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹਨਾਂ ਨੇ ਸਰਦਾਰੀਆਂ ਕੀਤੀਆਂ, ਰਾਜ ਭਾਗ ਕੀਤੇ, ਉਹ ਅੱਗੇ ਬਚਨ ਆਉਣਾ ਹੈ। ਸੋ ਬਾਬਾ ਜੀ ਕਹਿੰਦੇ ਇਹਦਾ ਅਗਲੇ ਜਨਮਾਂ 'ਚ ਫਲ ਮਿਲੇਗਾ। ਜਿਹੜੇ ਨਿਸ਼ਕਾਮ ਹੋਣਾ ਚਾਹੁੰਦੇ ਉਹ ਸੱਚਖੰਡ ਦੇ ਵਾਸੀ ਹੋਣਗੇ, ਜਿਹੜੇ ਸਾਕਾਮ ਭਾਵਨਾ ਵਾਲੇ ਆਏ ਖੜੇ ਉਹ ਅਗਲੇ ਜਨਮਾਂ 'ਚ ਰਾਜ ਭਾਗ ਵੀ ਭੋਗੋਗੇ ਤੇ ਫਿਰ ਵੀ ਮੁਕਤੀ ਮਿਲੇਗੀ। ਸੀਸ ਲਾਏ ਹਮ ਕਰੈ ਵਿਆਹੇ। ਅਸੀਂ ਸੀਸ ਲਾ ਕੇ ਸ਼ਹੀਦੀ ਪਾ ਕੇ ਲਾੜੀ ਮੌਤ ਨਾਲ ਵਿਆਹ ਕਰਾਂਗੇ। ਬਹੁਪਤ ਸ਼ਾਹੀ ਅਸੀਂ ਲਿਹੇ ਪ੍ਰਣਾਏ। ਔਰ ਬਾਦਸ਼ਾਹੀ ਪ੍ਰਣਾਵਾਂਗੇ, ਰਾਜ ਭਾਗ ਸਾਨੂੰ ਮਿਲੇਗਾ। ਹਮਰਾ ਸੰਗ ਜੋ ਜਾਨੀ ਲੋਗ। ਜਿਹੜੇ ਸਾਡੇ ਨਾਲ ਜਾਂਜੀ ਚੜਨਗੇ ਸ਼ਹੀਦੀ ਪਾਉਣ ਲਈ, ਇਸ ਜੰਜ ਵਿੱਚ ਸ਼ਹੀਦਾਂ ਦੀ ਜੰਜ 'ਚ ਸ਼ਾਮਲ ਹੋਣਗੇ। ਪਤਸ਼ਾਹੀਓ ਵੱਡੋ ਉਹ ਵੀ ਹੋਗ। ਉਹ ਵੀ ਬਾਦਸ਼ਾਹਾਂ ਤੋਂ ਵੱਡੇ ਹੋਣਗੇ, ਰਾਜ ਭਾਗ ਦੇ ਮਾਲਕ ਹੋਣਗੇ। ਦੋਹਰਾ ਸਮਰ ਸੀਸ ਸਨਮੁਖ ਦਏ, ਹੋਏ ਭੂਪ ਪਾਏ ਵੱਡ ਰਾਜ। ਇਹ ਬਚਨ 10ਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਦੇ ਹਨ। ਸਮਰ ਸਾਮਹੇ ਸੀਸ ਤੋਪੈ ਚੜਾਵੈ। ਜਿਹੜਾ ਸਮਰ ਜੰਗ ਦੇ ਮੈਦਾਨ ਵਿੱਚ, ਹੇ ਅਕਾਲ ਪੁਰਖ ਦੀ ਚੰਡੀ, ਤੇਰੇ ਸਾਹਮਣੇ ਆਪਣਾ ਸੀਸ ਭੇਟਾ ਕਰ ਦਿੰਦਾ ਹੈ। ਵੈ ਭੂਪ ਵੈ ਅਵਤਰੈ ਰਾਜ ਭਾਵੈ।
ਉਹ ਰਾਜਾ ਬਣ ਕੇ ਆਵੇਗਾ ਤੇ ਰਾਜ ਪ੍ਰਾਪਤ ਕਰੇਗਾ, ਅਗਲੇ ਜਨਮ 'ਚ ਬਾਦਸ਼ਾਹ ਬਣੇਗਾ। ਉਸ ਤੋਤਰ ਚੰਡੀ ਮੈਂ ਕਹੀ ਸ੍ਰੀ ਸਤਿਗੁਰ ਮੁਖ ਵਾਜ। ਜੋ ਚੰਡੀ ਦੀ ਉਸਤਤ ਦਾ ਬਚਨ ਹੈ ਉਹ ਚੰਡੀ ਚਰਿੱਤਰ ਵਿੱਚ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਉੱਥੇ ਬਚਨ ਕਹੇ ਹਨ। ਚਉਪਈ ਸਮਰ ਸਮ ਹੈ ਸੀਸ ਤੋਪੈ ਚੜਾਵੈ। ਇਹ ਬਚਨ ਬਾਣੀ ਦੇ ਹਨ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਇਹ ਪਾਵਨ ਸ੍ਰੀ ਮੁਖ ਵਾਕ ਹਨ। ਸਮਰ ਸਾਮਹਿ ਸੀਸ ਦੋ ਪੈ ਚੜਾਵੈ। ਹੇ ਅਕਾਲ ਪੁਰਖ ਦੀ ਸ਼ਕਤੀ, ਹੇ ਚੰਡਕਾ, ਹੇ ਸ੍ਰੀ ਸਾਹਿਬ, ਜਿਹੜਾ ਸੂਰਮਾ ਤੇਰੇ ਸਾਹਮਣੇ ਆਪਣਾ ਸੀਸ ਭੇਟਾ ਕਰਦਾ ਹੈ। ਮਹਾਭੂਪ ਹੋਏ ਅਵਤਰੈ ਰਾਜ ਪਾਵੈ। ਉਹ ਮਹਾਭੂਪ ਹੋ ਕੇ ਵੱਡਾ ਰਾਜਾ ਬਣ ਕੇ ਧਰਤੀ ਤੇ ਆਉਂਦਾ ਹੈ ਤੇ ਰਾਜ ਕਰਦਾ ਹੈ। ਹੋਏ ਸਤ ਤਿਮ ਜਿਮ ਗੁਰ ਆਖਾ। ਜੋ ਸਤਿਗੁਰੂ ਕਲਗੀਧਰ ਜੀ ਨੇ ਆਪਣੀ ਬਾਣੀ 'ਚ ਬਚਨ ਕਹੇ ਉਹ ਸਤ ਹੋਣੇ ਹਨ। ਯਹੀ ਬਚਨ ਗੁਰ ਬਖਸ਼ ਸਿੰਘ ਭਾਖਾ। ਬਾਬਾ ਗੁਰਬਖਸ਼ ਸਿੰਘ ਜੀ ਗੁਰਬਾਣੀ ਦੀਆਂ ਪੰਕਤੀਆਂ ਸੁਣਾ ਕੇ ਸਿੰਘਾਂ ਨੂੰ ਵੀਰ ਰਸ ਵਿੱਚ ਰੰਗ ਰਹੇ ਹਨ। ਤਉ ਲਉ ਪੁਜਿਓ ਸ਼ਾਹੋ ਆਏ ਲਾਹੌਰ। ਪਹਿਲੇ ਨੂੰ ਅਹਿਮਦ ਸ਼ਾਹ ਅਬਦਾਲੀ ਲਾਹੌਰ ਆ ਪਹੁੰਚਿਆ। ਚੱਲਿਓ ਚਹਿਤ ਥੋ ਦਿੱਲੀ ਔਰ ਦਿੱਲੀ ਨੂੰ ਜਾਣਾ ਚਾਹੁੰਦਾ ਸੀ ਅਬਦਾਲੀ। ਸ੍ਰੀ ਅੰਮ੍ਰਿਤਸਰ ਸਿੰਘ ਉਨ ਸੁਨੇ। ਉਹਨੇ ਸੁਣਿਆ ਸ੍ਰੀ ਅੰਮ੍ਰਿਤਸਰ ਵਿੱਚ ਬਾਬਾ ਗੁਰਬਖਸ਼ ਸਿੰਘ ਸਿੰਘਾਂ ਦੀ ਫੌਜ ਲੈ ਕੇ ਬੈਠਾ ਹੈ। ਪਰਿਓ ਚਹਿਤ ਸੋ ਉੱਪਰ ਉਨੇ। ਉਹ ਖਾਲਸੇ ਦੇ ਉੱਤੇ ਹੱਲਾ ਕਰਨ ਦੇ ਲਈ ਅਬਦਾਲੀ ਨੇ ਤਿਆਰੀ ਕਰ ਲਈ। ਸੁਣ ਆਵਾਈ ਕਮ ਦਿਲ ਨਠ ਗਏ। ਜਦੋਂ ਆਵਾਜ਼ ਆਈ ਵੀ ਅਬਦਾਲੀ ਆ ਗਿਆ, ਅੰਮ੍ਰਿਤਸਰ ਸ਼ਹਿਰ ਤੇ ਇਲਾਕੇ ਜਿਹੜੇ ਕਮਜ਼ੋਰ ਦਿਲਾਂ ਵਾਲੇ ਲੋਕ ਸੀ ਜੰਗਲਾਂ ਪਹਾੜਾਂ ਨੂੰ ਦੌੜ ਗਏ। ਗੁਰਬਖਸ਼ ਸਿੰਘ ਸਗਵਾ ਤੋਰ ਦਏ। ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਤੋਰ ਦਿੱਤਾ, ਜਾਓ ਬਈ ਆਪੋ ਆਪਣੀਆਂ ਜਾਨਾਂ ਲੈ ਕੇ ਨਿਕਲ ਜਾਓ, ਇੱਥੇ ਸ਼ਹੀਦੀਆਂ ਹੋਣੀਆਂ, ਸਾਡੇ ਕੋਲ ਉਹ ਰਵੇ ਜਿਹਨੇ ਸ਼ਹੀਦੀ ਪ੍ਰਾਪਤ ਕਰਨੀ ਹੈ, ਜਿਹਨੇ ਪਿੱਛੋਂ ਭੱਜਣਾ ਉਹ ਪਹਿਲਾਂ ਹੀ ਚਲੇ ਜਾਓ। ਬਾਬੇ ਗੁਰਬਖਸ਼ ਸਿੰਘ ਨੇ ਕੱਚੇ ਪਿੱਲੇ ਦੁੜਾ ਦਿੱਤੇ ਸਾਰੇ। ਉਤੇ ਭੁਜੰਗੀ ਜੋ ਗੁਰ ਲਾਲ। ਜਿਹੜੇ ਗੁਰੂ ਦੇ ਲਾਲ ਭੁਜੰਗੀ ਸ਼ਹੀਦੀਆਂ ਪਾਣ ਨੂੰ ਤਿਆਰ ਬਰ ਤਿਆਰ ਸਨ। ਹੁਣ ਸ਼ਹੀਦ ਕਿਛ ਰਹੇ ਸਿੰਘ ਨਾਲ। ਉਹ ਸ਼ਹੀਦੀਆਂ ਪਾਣ ਦੇ ਚਾਹਵਾਨ ਥੋੜੇ ਜਿਹੇ ਸਿੰਘ ਗੁਰੂ ਸਾਹਿਬ ਦੇ ਪਿਆਰੇ ਸਿੰਘ ਸ੍ਰੀ ਅੰਮ੍ਰਿਤਸਰ 'ਚ ਰਹਿ ਗਏ, ਬਾਕੀ ਸਭ ਪੱਤਰਾਵਾਚ ਗਏ। ਕਿਸੈ ਪੁਸ਼ਾਕ ਥੀ ਨੀਲੀ ਸਜਾਈ। ਉਹਨਾਂ ਸ਼ਹੀਦਾਂ ਸਿੰਘਾਂ ਨੇ ਕਿਸੇ ਨੇ ਨੀਲੇ ਰੰਗ ਦਾ ਚੋਲਾ ਪਾਇਆ ਸੀ, ਕਿਨੈ ਸੇਤ ਕਿਸੈ ਕੇਸਰੀ ਰੰਗਵਾਈ। ਕਿਸੇ ਨੇ ਚਿੱਟਾ ਚੋਲਾ ਪਾਇਆ ਸੀ ਤੇ ਕਿਸੇ ਨੇ ਕੇਸਰੀ ਬਾਣਾ ਪਹਿਨਿਆ ਸੀ। ਸ੍ਰੀ ਅਕਾਲ ਬੁੰਗੈ ਸਨਮੁਖ ਦਰਬਾਰ। ਸ੍ਰੀ ਅਕਾਲ ਬੁੰਗੇ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਵੀ ਸੁਖੈ ਸਿੰਘ ਭਏ ਤਿਆਰ। ਸਿੱਧੀ ਤੇਗਾਂ ਛਕ ਕੇ ਖਾਲਸਾ ਤਿਆਰ ਬਰ ਤਿਆਰ ਹੋ ਗਿਆ। ਹੁਣ ਸ਼ਹੀਦੀ ਸੋ ਪਰਹਿਤ ਕਾਜ। ਪਰਾਏ ਕਾਰਜ ਲਈ ਸ਼ਹੀਦੀ ਪਾਣ ਵਾਸਤੇ ਸਿੰਘ ਤਿਆਰ ਬਰ ਤਿਆਰ ਹੋ ਗਏ। ਪਹਿਰ ਸ਼ਸਤਰ ਇਮ ਸਾਜਿਓ ਸਾਜ। ਸ਼ਸਤਰ ਬਸਤਰ ਸਾਜ ਕੇ ਸਿੰਘ ਇਸ ਤਰ੍ਹਾਂ ਤਿਆਰ ਹੋਏ। ਭਾਈ ਸਾਹਿਬ ਜੀ ਲਿਖਦੇ ਸਿੰਘਾਂ ਦਾ ਤਿਆਰ ਬਰ ਤਿਆਰ ਕਿਵੇਂ ਹੋਏ। ਦੋਹਰਾ ਬਸਤਰ ਸ਼ਸਤਰ ਪਹਿਰ ਸਿੰਘ ਭਏ ਤਬੈ ਸਾਵਧਾਨ। ਸਿੰਘਾਂ ਨੇ ਬਸਤਰ ਸ਼ਸਤਰ ਸਜਾ ਲਏ, ਸਾਵਧਾਨ ਹੋ ਗਏ। ਗੁਰੂ ਗ੍ਰੰਥ ਬਾਣੀ ਪੜੀ ਗੁਰ ਨਾਨਕ ਪਗ ਧਰ ਧਿਆਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਅਕਾਲੀ ਬਾਣੀ ਪੜੀ, ਦਸਮ ਦੀ ਬਾਣੀ ਪੜੀ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਅਰਦਾਸਾ ਸੋਧਿਆ। ਚਉਪਈ ਪੰਜ ਪੌੜੀ ਸਿੰਘ ਆਨੰਦ ਪੜਾਇਓ। ਪੰਜ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀਆਂ ਬਾਬਾ ਗੁਰਬਖਸ਼ ਸਿੰਘ ਜੀ ਨੇ ਪੜ੍ਹ ਕੇ ਗੁਰ ਗਣੇਸ਼ ਜਿਮ ਗ੍ਰੰਥ ਪੁਜਾਇਓ। ਜਿਵੇਂ ਹਿੰਦੂ ਲੋਕ ਗਣੇਸ਼ ਦੀ ਪੂਜਾ ਕਰਦੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕੀਤੀ। ਵਿਆਹੇ ਵਾਂਗ ਕੀਓ ਜਗ ਉਸ਼ਾਹੇ। ਜਿਵੇਂ ਵਿਆਹ ਦੇ ਵਿੱਚ ਤਿਆਰੀਆਂ ਹੁੰਦੀਆਂ ਨੇ, ਬਾਬਾ ਗੁਰਬਖਸ਼ ਸਿੰਘ ਜੀ ਵਿਆਹ ਦੀ ਤਰ੍ਹਾਂ ਤਿਆਰੀ ਕਰਨ ਲੱਗੇ। ਸਿੰਘਨ ਬਹਾਏ ਖੁਲਾਇਓ ਕੜਾਹੇ। ਔਰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਖਾਲਸੇ ਨੂੰ ਛਕਾਈਆਂ ਖੁੱਲੀਆਂ। ਅਤਰ ਅੰਬੀਰ ਸਿੰਘ ਅੰਗ ਮਲਾਵੈ। ਅਤਰ ਅੰਬੀਰ ਕੇਸਰ ਸਿੰਘਾਂ ਨੇ ਆਪਣੇ ਵਸਤਰਾਂ ਦੇ ਉੱਤੇ ਲਾ ਲਿਆ, ਜਿਵੇਂ ਬਰਾਤੇ ਚੜ੍ਹਨ ਵੇਲੇ ਲਾੜੇ ਉਹ ਸੋਹਣਾ ਅਤਰ ਫੁਲੇਲ ਲਾ ਕੇ ਸੈਂਟ ਵਗੈਰਾ ਲਾ ਕੇ ਜਾਂਦੇ ਨਾ, ਇਦਾਂ ਸਿੰਘਾਂ ਨੇ ਵੀ ਸੋਹਣੇ ਸਗਨ ਮਨਾਏ ਸ਼ਹੀਦੀ ਪਾਣ ਤੋਂ ਪਹਿਲਾਂ। ਜਿਸ ਬਿਦ ਬਟਨੇ ਲਾੜੇ ਲਾਵੈ। ਜਿਵੇਂ ਲਾੜਿਆਂ ਨੂੰ ਬਟਨਾ ਬਲਦੇ ਆ, ਸਿੰਘਾਂ ਨੇ ਇਹੋ ਜਿਹੇ ਇਸ਼ਨਾਨ ਪਾਨ ਕੀਤੇ। ਸ਼ਬਦ ਪੜੈ ਸਿੰਘ ਸਾਜ ਬਜਾਵੈ। ਸਿੰਘ ਸਾਜ ਵਜਾ ਕੇ ਢੋਲਕੀਆਂ ਮਿਰਦੰਗ ਵਜਾ ਕੇ ਕੀਰਤਨ ਕਰਦੇ, ਸ਼ਬਦ ਪੜ੍ਹਦੇ ਆ। ਵਾਂਗ ਸੁਹਾਗਣ ਘੋੜੀਆਂ ਗਾਵੈ। ਸੁਹਾਗਣਾ ਦੀ ਤਰ੍ਹਾਂ ਵਿਆਹ ਦੀਆਂ ਘੋੜੀਆਂ ਗਾ ਰਹੇ
ਆਏ ਨੇ। ਉਠ ਅੰਮ੍ਰਿਤਸਰ ਸਿੰਘ ਜੀ ਨਹਾਇਓ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਆਪਣੇ ਸਾਥੀਆਂ ਸਮੇਤ ਅਖੀਰਲਾ ਇਸ਼ਨਾਨ ਸੋਧਿਆ। ਅਕਾਲ ਬੁੰਗੈ ਪਰ ਤਖਤ ਬਹਾਇਓ, ਇਸ਼ਨਾਨ ਪਾਣ ਕਰਕੇ ਅਕਾਲ ਤਖਤ ਦੇ ਉੱਤੇ ਆ ਗਏ। ਨਈ ਪੁਸ਼ਾਕ ਸਿੰਘ ਪਹਿਰ ਸੁਹਾਇਓ, ਨਵਾਂ ਚੋਲਾ ਬਾਬੇ ਗੁਰਬਖਸ਼ ਸਿੰਘ ਜੀ ਨੇ ਪਾਇਆ, ਜਿਵੇਂ ਜੰਝ ਨੂੰ ਚੜ੍ਹਨ ਲਈ ਲਾੜਾ ਨਵੇਂ ਕੱਪੜੇ ਪਾਉਂਦਾ ਹੈ। ਜੰਗ ਕੱਛ ਗਲ ਚੋਲਾ ਪਾਇਓ, ਔਰ ਕਛਹਿਰਾ ਚਿੱਟੇ ਰੰਗ ਦਾ ਨਵਾਂ ਤੇ ਚੋਲਾ ਪਾ ਕੇ ਸੀਸ ਪੱਗ ਲਈ ਖੂਬ ਛਿਕਾਏ, ਔਰ ਵੱਡਾ ਸਾਰਾ ਦੁਮਾਲਾ 5-7 ਪੱਗਾਂ ਸਿਰ ਦੇ ਉੱਤੇ ਸਜਾ ਕੇ ਚੱਕਰ ਖੰਡੇ ਤੋੜੇ ਸਜਾ ਲਏ। ਧਰੇ ਚੱਕਰ ਸਿਰ ਪੇਚੇ ਦਾਈ, ਔਰ ਪੇਚਦਾਰ ਚੱਕਰ ਸੀਸ ਦੇ ਉੱਤੇ ਲਾ ਕੇ ਉਹਨਾਂ ਦੇ ਉੱਤੋਂ ਦੀ ਦਮਾਲੇ ਦੇ ਲੜ ਪਾ ਲਏ, ਤਾਂ ਕਿ ਕਿਤੇ ਲੋੜ ਪੈ ਜੇ ਦਮਾਲਾ ਖੁੱਲੇ ਨਾ। ਹਾਂਜੀ, ਚੱਕਰਨ ਕੈ ਮਦ ਕਰਦ ਗਡੋਈ, ਔਰ ਉਹਨਾਂ ਚੱਕਰਾਂ ਦੇ ਵਿੱਚ ਕਰਦਾਂ ਕਿਰਪਾਨਾਂ ਖੰਡੇ ਗੱਡ ਲਏ। ਜਨ ਲਾੜੈ ਸਿਰ ਕਲਗੀ ਸੋਹੀ, ਜਿਵੇਂ ਲਾੜਿਆਂ ਦੇ ਸਿਰ ਤੇ ਕਲਗੀਆਂ ਲੱਗੀਆਂ ਹੁੰਦੀਆਂ ਨੇ, ਏਦਾਂ ਬਾਬੇ ਗੁਰਬਖਸ਼ ਸਿੰਘ ਦੇ ਮੱਥੇ ਤੇ ਖੰਡਾ ਲੱਗਾ ਹੈ। ਦੋਹਰਾ ਦਰਬਾਰੋਂ ਸਿੰਘ ਕੋ ਸੇਹਰੋ, ਭੇਜਿਓ ਖੂਬ ਬਣਾਏ। ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚੋਂ ਜਿਹੜੇ ਪੁਜਾਰੀ ਸਿੰਘ ਸਨ, ਉਹਨਾਂ ਨੇ ਇੱਕ ਫੁੱਲਾਂ ਦਾ ਸਿਹਰਾ ਬਣਾ ਕੇ ਸ੍ਰੀ ਅਕਾਲ ਤਖਤ ਤੇ ਭੇਜਿਆ। ਕਰ ਅਰਦਾਸ ਸਿਰ ਪਰ ਧਰਿਓ, ਤਉ ਅਸੀਸ ਵੱਡ ਪਾਏ। ਅਰਦਾਸ ਕਰਕੇ ਬਾਬੇ ਗੁਰਬਖਸ਼ ਸਿੰਘ ਨੇ ਫੁੱਲਾਂ ਦਾ ਸਿਹਰਾ ਜਿਹੜਾ ਹਰਿਮੰਦਰ ਸਾਹਿਬ ਚੋਂ ਆਇਆ ਸੀਗਾ, ਉਹ ਆਪਣੇ ਦਮਾਲੇ ਦੇ ਉੱਤੇ ਸਜਾ ਲਿਆ, ਜਿਵੇਂ ਲਾੜਾ ਸਿਹਰਾ ਬੰਨ੍ਹ ਲੈਂਦਾ ਹੈ। ਕਰ ਕੰਗਨੋ ਸਿਰ ਸੇਹਰੋ, ਮੋਢੇ ਧਰ ਤਲਵਾਰ। ਸਿਰ ਤੇ ਸਿਹਰਾ ਬੰਨਿਆ ਹੈ, ਹੱਥ ਵਿੱਚ ਕੰਗਣਾ ਬੰਨਿਆ ਹੈ, ਤੇ ਮੋਢੇ ਤੇ ਨੰਗੀ ਤੇਗ ਰੱਖੀ ਹੈ। ਤਖਤੋਂ ਉਤਰ ਨਿਹੰਗ ਸਿੰਘ, ਪੂਜਨ ਚੱਲਿਓ ਦਰਬਾਰ। ਸ੍ਰੀ ਅਕਾਲ ਤਖਤ ਤੋਂ ਪੂਰੇ ਲਾੜਿਆਂ ਦੀ ਤਰ੍ਹਾਂ ਸੱਜ ਕੇ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਹਨ। ਉਸ ਤੋਂ ਅੱਗੇ ਜੰਗ ਕਿਵੇਂ ਹੋਇਆ, ਇਹ ਕਥਾ ਬਾਬੇ ਗੁਰਬਖਸ਼ ਸਿੰਘ ਜੀ ਸ਼ਹੀਦ ਦੀ ਆਪਾਂ ਸੁਣਨੀ ਹੈ ਅਗਲੇ ਪ੍ਰਕਰਣਾਂ ਵਿੱਚ। ਭੁੱਲਾਂ ਚੁੱਕਾਂ ਦੀ ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾਥ ਨਾ ਸਕੇ ਦੀਨ ਦਰਦ ਨਿਵਾਰ। ਹੇ ਸਮਰਾਥੇ ਗਮ ਪੂਰਨ ਮੋਏ ਮਾਇਆ ਧਾਰ। ਨਾਨਕ ਮਹਾ ਪਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।